लगातार ਮੰਗ ਕੀਤੀ ਜਾ ਰਹੀ ਹੈ ਇਸ ਬਿੱਲ ਨੂੰ ਰੱਦ ਕੀਤਾ ਜਾਵੇ। ਕੀ ਇਹ ਬਿੱਲ ਰੱਦ ਹੋ ਸਕਦਾ ਕਿਉਂਕਿ ਲੋਕ ਸਭਾ 'ਚੋਂ ਵੀ ਪਾਸ ਹੋ ਚੁੱਕਿਆ, ਰਾਜ ਸਭਾ 'ਚੋਂ ਵੀ, ਤੇ ਹੁਣ ਇਸ ਤੇ ਰਾਸ਼ਟਰਪਤੀ ਦੇ ਵੀ ਸਾਈਨ ਹੋ ਚੁੱਕੇ ਨੇ, ਕਾਨੂੰਨ ਬਣ ਚੁੱਕਿਆ। ਕੀ ਇਹ ਕਾਨੂੰਨ ਰੱਦ ਹੋ ਸਕਦਾ? ਇਸ ਖੇਤੀ ਬਿੱਲ ਨੂੰ ਪਾਸ ਕਰਨ ਵੇਲੇ ਜੋ ਮੰਜ਼ਰ ਦੇਖਣ ਨੂੰ ਆਏ ਉਹ ਕਿਸੇ ਵੀ ਲੋਕਤੰਤਰ ਦੀ ਕਿਸੇ ਵੀ ਪਰਿਭਾਸ਼ਾ ਦੇ ਵਿੱਚ ਫਿੱਟ ਨਹੀਂ ਬੈਠਦੇ। ਤਾਂ ਜੇ ਤਾਂ ਇਹੋ ਜੀ ਸਰਕਾਰ ਜਾਂ ਇਹੋ ਜੀ ਪ੍ਰਣਾਲੀ ਦੇ ਨਾਲ ਸਾਡਾ ਮੱਥਾ ਲੱਗਿਆ ਹੋਏਗਾ ਤਾਂ ਉਹੋ ਜਿਹੇ ਕਾਨੂੰਨਾਂ ਨੂੰ ਰੱਦ ਕਰਾਉਣਾ ਫਿਰ ਕਾਨੂੰਨੀ ਤੌਰ ਦੇ ਉੱਤੇ ਸੰਭਵ ਨਹੀਂ ਹੋਏਗਾ। ਭੋਗ ਸਾਹਿਬ, ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਲੋਕਾਂ ਨੂੰ ਕਹਿ ਰਹੇ ਨੇ ਕਿ ਇਹ ਗ੍ਰਾਮ ਪੰਚਾਇਤਾਂ ਤੋਂ ਇਹ ਮਤਾ ਪਾ ਕੇ ਰੱਦ ਕੀਤਾ ਜਾ ਸਕਦਾ ਬਿੱਲ। ਬੇਸ਼ੱਕ ਗ੍ਰਾਮ ਪੰਚਾਇਤ ਸਾਡੀ ਜੜ੍ਹਾਂ ਦੇ ਵਿੱਚ ਹੈ, ਪਿੰਡਾਂ ਦੇ ਵਿੱਚ। ਕੀ ਇੰਨੀ ਸ਼ਕਤੀ ਗ੍ਰਾਮ ਸਭਾ ਕੋਲ ਹੈਗੀ ਹੈ, ਗ੍ਰਾਮ ਪੰਚਾਇਤਾਂ ਕੋਲ ਹੈਗੀ ਹੈ ਵੀ ਉਹ ਰੱਦ ਕਰ ਸਕਣ ਇਸ ਬਿੱਲ ਨੂੰ? ਭਾਵੇਂ ਉਹਨਾਂ ਨੇ ਮੌਕੇ ਦੇ ਮੁਤਾਬਕ ਇਹ ਗੱਲ ਕਹੀ, ਗੱਲ ਬੜੀ ਸਿਆਣੀ ਕਹੀ, तो ਉਹਨਾਂ ਮਤਿਆਂ ਦਾ ਜਿਹੜਾ ਹੈ ਬਾਖੂਬੀ ਅਸਰ ਹੋਏਗਾ। ਭਾਵੇਂ ਹਰ ਇੱਕ ਪੰਜਾਬ ਦੀ ਆਪਣੀ ਆਪਣੀ ਜੁਰਿਸਡਿਕਸ਼ਨ ਹੈ, ਲੇਕਿਨ ਜਦੋਂ ਪੰਜਾਬ ਦੇ ਜਿਹੜੇ 12,000 ਤੋਂ ਉੱਪਰ ਸਾਰੇ ਦੇ ਸਾਰੇ ਪਿੰਡ ਹੈ ਉਹ ਇਦਾਂ ਦਾ ਮਤਾ ਪਾਸ ਕਰ ਦੇਣਗੇ ਜਾਂ ਹਰਿਆਣੇ ਦੇ ਵਿੱਚ ਵੀ ਹੋ ਜਾਏਗਾ ਜਾਂ ਦੂਸਰੀਆਂ ਸਟੇਟਸ ਵੀ ਹੋ ਜਾਏਗਾ, ਤਾਂ ਇੱਕ ਬਹੁਤ ਬੜਾ ਚੈਲੰਜ ਜਿਹੜਾ ਹੈ ਇਹ ਸਰਕਾਰ ਲਈ ਹੋਊਗਾ ਔਰ ਉਸਨੂੰ ਜਿਹੜਾ ਹੈ ਇਗਨੋਰ ਨਹੀਂ ਕੀਤਾ ਜਾ ਸਕਦਾ। ਪੰਜਾਬ ਦਾ ਜਿਹੜਾ ਮੰਡੀਕਰਨ ਹੈ, ਕਰੋੜਾਂ ਦਾ ਢਾਂਚਾ ਹੈ। ਇਹ ਮੰਡੀ ਦੇ ਵਿੱਚ ਫੀਸ ਲੱਗਦੀ ਹੈ, ਜੇ ਕੋਈ ਆਉਂਦਾ ਉਹਦੇ ਨਾਲ ਕਾਫੀ ਡਿਵੈਲਪਮੈਂਟ ਹੁੰਦੀ ਹੈ, ਜਿਹੜੇ ਸੜਕਾਂ ਬਣਦੀਆਂ ਨੇ, ਹੋਰ ਜੋ ਰੂਰਲ ਡਿਵੈਲਪਮੈਂਟ ਤੇ ਕੰਮ ਕੀਤੇ ਜਾਂਦੇ ਨੇ। ਪਰ ਇਸ ਮੰਡੀਕਰਨ ਦੇ ਢਾਂਚੇ ਦੇ ਨਾਲ ਕਾਫੀ ਲੋਕ ਜੁੜੇ ਹੋਏ ਨੇ, ਖੇਤੀਬਾੜੀ ਵਾਲੇ ਲੋਕ ਜੁੜੇ ਹੋਏ ਨੇ, ਖੇਤ ਮਜ਼ਦੂਰ ਜੁੜੇ ਹੋਏ ਨੇ, ਆੜਤੀ ਜੁੜੇ ਹੋਏ ਨੇ। ਜੇ ਐਕਟ ਲਾਗੂ ਹੋ ਜਾਏਗਾ ਤਾਂ ਉਹ ਬਾਕੀ ਲੋਕਾਂ ਦਾ ਕੀ ਬਣੇਗਾ ਜਿਹੜੇ ਇਸ ਮੰਡੀਕਰਨ ਢਾਂਚੇ ਦੇ ਨਾਲ ਜੁੜੇ ਹੋਏ ਨੇ? 10-12 ਸਾਲ ਤੋਂ ਮੰਡੀ ਬੋਰਡ ਦੀ ਜਿਹੜੀ ਇਨਕਮ ਹੈ, ਜਿਹੜਾ ਬਜਟ ਦੇ ਵਿੱਚ ਜਿਹਦਾ ਕੋਈ ਖਾਤਾ ਨਹੀਂ ਹੁੰਦਾ, ਉਸ ਦਾ ਰੱਜ ਕੇ ਦੁਰਉਪਯੋਗ ਕੀਤਾ ਪੰਜਾਬ ਸਰਕਾਰ ਨੇ, ਚਾਹੇ ਉਹ ਅਕਾਲੀ ਗਵਰਨਮੈਂਟ ਹੋਵੇ ਚਾਹੇ ਉਹ ਮੌਜੂਦਾ ਸਰਕਾਰ ਹੋਵੇ। ਪਰ ਕਿਸਾਨ ਜਦ ਇਹ ਮਨਾ ਕਰ ਰਹੇ ਨੇ ਕਿ ਸਾਨੂੰ ਇਹ ਚੀਜ਼ ਨਹੀਂ ਚਾਹੀਦੀ, ਤਾਂ ਭਾਜਪਾ ਸਰਕਾਰ ਕਿਉਂ ਇੰਨਾ ਵੈਲਫੇਅਰ ਕਰਨਾ ਚਾਹੁੰਦੀ ਹੈ? ਜਦ ਕਿਸਾਨਾਂ ਨੂੰ ਹੀ ਨਹੀਂ ਚਾਹੀਦਾ ਕਿ ਸਾਨੂੰ ਇਹ ਚੀਜ਼ ਨਹੀਂ ਚਾਹੀਦੀ, ਤਾਂ ਥੋਪਣ ਕਿਉਂ ਲੱਗੀ ਹੋਈ ਆ ਭਾਜਪਾ ਸਰਕਾਰ? ਉਹ ਜਿੰਨਾ ਮਰਜ਼ੀ ਇਹ ਕਹੀ ਜਾਣ ਕਿ ਇਹ ਕਿਸਾਨਾਂ ਦੇ ਹੱਕ ਵਿੱਚ। ਸਵਾਲ ਇਹ ਹੈ ਕਿ ਜੇ ਇਹ ਬਿੱਲ ਕਿਸਾਨਾਂ ਦੇ ਹੱਕ ਦੇ ਵਿੱਚ ਹੁੰਦਾ ਤਾਂ ਇਹਨੂੰ ਇਸ ਤਰੀਕੇ ਨਾਲ ਧੱਕੋਜ਼ੋਰੀ ਕਰਕੇ ਪਾਰਲੀਮੈਂਟ ਦੇ ਵਿੱਚ ਲਿਆਉਣ ਦੀ ਕੀ ਲੋੜ ਸੀ? ਤੁਸੀਂ ਖੇਤੀਬਾੜੀ ਬਿੱਲਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਪੂਰਾ ਪੰਜਾਬ ਹੈ ਜਿਹੜਾ ਕਿਸਾਨਾਂ ਦੇ ਹੱਕ ਦੇ ਵਿੱਚ ਖੜ ਕੇ ਰੋਸ ਪ੍ਰਦਰਸ਼ਨ ਕਰ ਰਿਹਾ। ਕਲਾਕਾਰ ਵੀ ਨੇ ਜਿਹੜੇ ਉਹ ਵੀ ਕਿਸਾਨਾਂ ਦਾ ਸਾਥ ਦੇ ਰਹੇ ਨੇ, ਸਿਆਸੀ ਪਾਰਟੀਆਂ ਵੀ ਸਾਥ ਦੇ ਰਹੀਆਂ ਨੇ, ਚਾਹੇ ਉਹ ਅਕਾਲੀ ਦਲ ਹੋਵੇ, ਆਮ ਆਦਮੀ ਪਾਰਟੀ ਹੋਵੇ, ਚਾਹੇ ਉਹ ਕਾਂਗਰਸ ਹੋਵੇ। ਬਸ ਭਾਜਪਾ ਨੂੰ ਛੱਡ ਕੇ ਹਰੇਕ ਵਰਗ ਦੇ ਲੋਕ ਕਿਸਾਨਾਂ ਦੇ ਨਾਲ ਖੜ ਕੇ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦਾ ਸਾਥ ਦੇ ਰਹੇ ਨੇ। ਪਰ ਇਹ ਜੋ ਖੇਤੀਬਾੜੀ ਬਿੱਲ ਨੇ, ਹੁਣ ਬਿੱਲ ਨਹੀਂ ਰਹੇ, ਕਾਨੂੰਨ ਬਣ ਚੁੱਕੇ ਨੇ ਕਿਉਂਕਿ ਰਾਸ਼ਟਰਪਤੀ ਦੇ ਵੀ ਇੱਥੇ ਸਾਈਨ ਹੋ ਚੁੱਕੇ ਨੇ ਅਤੇ ਇਹ ਲਾਗੂ ਹੋ ਚੁੱਕਿਆ। ਕਾਫੀ ਅੰਦੋਲਨ ਜਿਹੜੇ ਚੱਲ ਰਹੇ ਨੇ। ਸਰਕਾਰ ਜਿਹੜੀ ਕਾਂਗਰਸ ਦੀ ਪੰਜਾਬ ਦੇ ਵਿੱਚ ਆ, ਉਹ ਲਗਾਤਾਰ ਉਹਦਾ ਕਹਿਣਾ ਕਿ ਅਸੀਂ ਇਹ ਲਾਗੂ ਨਹੀਂ ਹੋਣ ਦੇਵਾਂਗੇ ਪੰਜਾਬ ਦੇ ਵਿੱਚ। ਇਸ ਦੀ ਗੱਲਬਾਤ ਕਰਨ ਲਈ ਕੀ ਇਹ ਰੱਦ ਹੋ ਸਕਦਾ? ਜੇਕਰ ਹੋ ਸਕਦਾ ਤਾਂ ਕਿਸ ਤਰ੍ਹਾਂ, ਜਾਂ ਪੰਜਾਬ ਦੇ ਵਿੱਚ ਇਸ ਨੂੰ ਬੇਅਸਰ ਕਰਨ ਲਈ ਕੀ ਅੱਗੇ ਰਾਹ ਨੇ? ਇਸ ਦੀ ਗੱਲਬਾਤ ਕਰਨ ਲਈ ਸਾਡੇ ਨਾਲ ਚਲੰਤ ਮਾਮਲਿਆਂ ਦੇ ਮਾਹਰ ਅਤੇ ਰਾਜਨੀਤਿਕ ਵਿਗਿਆਨ ਦੇ ਅਧਿਆਪਕ ਪ੍ਰੋਫੈਸਰ ਪਰਮਿੰਦਰ ਸਿੰਘ ਭੋਗਲ ਸਾਡੇ ਨਾਲ ਮੌਜੂਦ ਨੇ। ਸਭ ਤੋਂ ਪਹਿਲਾਂ ਨਾਲ ਸਵਾਗਤ ਕਰਦੇ ਹਾਂ ਭੋਗਲ ਸਰ। ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਸਰ। ਖੇਤੀਬਾੜੀ ਬਿੱਲਾਂ ਨੂੰ ਲੈ ਕੇ ਜੋ ਹੁਣ ਕਾਨੂੰਨ ਬਣ ਚੁੱਕਿਆ, ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ, ਰਾਜਨੀਤਿਕ ਪਾਰਟੀਆਂ ਸਾਥ ਦੇ ਰਹੀਆਂ ਨੇ। ਲਗਾਤਾਰ ਮੰਗ ਕੀਤੀ ਜਾ ਰਹੀ ਹੈ ਇਸ ਬਿੱਲ ਨੂੰ ਰੱਦ ਕੀਤਾ ਜਾਵੇ। ਕੀ ਇਹ ਬਿੱਲ ਰੱਦ ਹੋ ਸਕਦਾ ਕਿਉਂਕਿ ਲੋਕ ਸਭਾ 'ਚੋਂ ਵੀ ਪਾਸ ਹੋ ਚੁੱਕਿਆ, ਰਾਜ ਸਭਾ 'ਚੋਂ ਵੀ, ਤੇ ਹੁਣ ਇਸ ਤੇ ਰਾਸ਼ਟਰਪਤੀ ਦੇ ਵੀ ਸਾਈਨ ਹੋ ਚੁੱਕੇ ਨੇ, ਕਾਨੂੰਨ ਬਣ ਚੁੱਕਿਆ। ਕੀ ਇਹ ਕਾਨੂੰਨ ਰੱਦ ਹੋ ਸਕਦਾ? ਦੇਖੋ, ਅਸੀਂ ਹਾਲੇ ਵੀ ਸੰਵਿਧਾਨਿਕ ਤੌਰ ਤੇ ਇੱਕ ਲੋਕਤੰਤਰ ਹਾਂ। ਚਾਹੇ ਸਾਡਾ ਲੋਕਤੰਤਰ ਉਸ 'ਚ ਕਾਫੀ ਗਿਰਾਵਟ ਆ ਚੁੱਕੀ ਹੈ, ਲੇਕਿਨ ਸੰਵਿਧਾਨ ਦੀ ਪ੍ਰੋਵੀਜ਼ਨਸ ਦੇ ਮੁਤਾਬਕ ਇਸ ਨੂੰ ਚੈਲੰਜ ਕੀਤਾ ਜਾ ਸਕਦਾ। ਔਰ ਰਾਜਨੀਤਿਕ ਦਲ ਔਰ ਕਨਸਟੀਟਿਊਸ਼ਨਲ ਐਕਸਪਰਟਸ ਸਟੱਡੀ ਕਰ ਰਹੇ ਆ ਔਰ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਹੀ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਇਸ ਨੂੰ ਬਕਾਇਦਾ ਚੈਲੰਜ ਕੀਤਾ ਜਾਊਗਾ, ਕਿਉਂਕਿ ਇਹ ਬਿੱਲ ਜਿਹੜਾ ਹੈ ਇਹ ਭਾਰਤ ਦੇ ਜਿਹੜਾ ਫੈਡਰਲ ਢਾਂਚਾ ਹੈ ਉਸ ਨੂੰ ਇਫੈਕਟ ਕਰਦਾ। ਸਾਡੇ ਸੰਵਿਧਾਨ ਦੇ ਵਿੱਚ ਇਹ ਸ਼ਬਦ ਫੈਡਰਲ ਲਿਖਿਆ ਭਾਵੇਂ ਕਿਤੇ ਨਹੀਂ ਗਿਆ, ਲੇਕਿਨ 1994 'ਚ SR ਬੋਮਈ ਕੇਸ ਦੀ ਜਜਮੈਂਟ ਦੇ ਵਿੱਚ ਸੁਪਰੀਮ ਕੋਰਟ ਆਫ ਇੰਡੀਆ ਨੇ ਕਲੀਅਰਲੀ ਕਿਹਾ ਸੀ ਕਿ ਇੰਡੀਆ ਇਜ਼ ਏ ਫੈਡਰਲ ਸਿਸਟਮ, ਕਿ ਸਾਡਾ ਜਿਹੜਾ ਢਾਂਚਾ ਸੰਘੀ ਹੈ, ਉਹਦੇ ਵਿੱਚ ਸਟੇਟਸ ਜਿਹੜੀਆਂ ਹੈ, ਰਾਜ ਜਿਹੜੇ ਹੈ, ਉਹਨਾਂ ਦੇ ਆਪਣੇ ਅਧਿਕਾਰ ਹੈ। ਅਤੇ ਸਾਡੇ ਸੰਵਿਧਾਨ ਦੇ ਵਿੱਚ ਜਿਹੜੀ ਸ਼ਕਤੀਆਂ ਦੀ ਵੰਡ ਹੋਈ ਹੈ 7th ਸ਼ਡਿਊਲ ਦੇ ਵਿੱਚ, ਉਹਦੇ ਜਿਹੜੀ ਸੈਂਟਰਲ ਲਿਸਟ ਹੈ ਜੋ ਕੇਂਦਰ ਸਰਕਾਰ ਦੀਆਂ ਸ਼ਕਤੀਆਂ, ਉਹਨਾਂ ਦੇ ਵਿੱਚ ਵੀ ਸਪਸ਼ਟ ਧਾਰਾ 82 ਦੇ ਵਿੱਚ ਲਿਖਿਆ ਗਿਆ ਕਿ ਹਾਲਾਂਕਿ ਕੇਂਦਰ ਸਰਕਾਰ ਨੂੰ ਕੁਝ ਸ਼ਕਤੀਆਂ ਹੈ
ਖੇਤੀਬਾੜੀ ਦੇ ਉੱਤੇ, ਲੇਕਿਨ ਖੇਤੀਬਾੜੀ ਨਾਲ ਸੰਬੰਧਿਤ ਜਿਹੜੀ ਕੋਈ ਟੈਕਸੇਸ਼ਨ ਹੈ ਜਾਂ ਐਗਰੀਕਲਚਰ ਨਾਲ ਸੰਬੰਧਿਤ ਜਿਹੜੀ ਕੋਈ ਐਜੂਕੇਸ਼ਨ ਹੈ, ਕੁਝ ਹੋਰ ਇਸ ਤਰ੍ਹਾਂ ਦੇ ਮਾਮਲੇ ਆ, ਉਹ ਹਮੇਸ਼ਾ ਸਟੇਟਸ ਦੇ ਅਧਿਕਾਰ ਖੇਤਰ ਦੇ ਵਿੱਚ ਰਹਿਣਗੇ। ਸੋ ਇਸੇ ਚੀਜ਼ ਦਾ ਜਿਹੜਾ ਹੈਗਾ ਆਧਾਰ ਬਣਾ ਕੇ ਇਸ ਨੂੰ ਚੈਲੰਜ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੇਕਿਨ ਤੁਸੀਂ ਇੱਕ ਸਿੱਧਾ ਸਵਾਲ ਪੁੱਛਿਆ ਕਿ ਕੀ ਇਹ ਰੱਦ ਕੀਤੇ ਜਾ ਸਕਦੇ? ਰੱਦ ਕੀਤੇ ਜਾਣ ਦੇ ਵਿੱਚ ਸਾਡਾ ਸਿਸਟਮ ਜਿਹੜਾ ਹੈ, ਸਾਡੀ ਨਿਆਂ ਪ੍ਰਣਾਲੀ ਔਰ ਸਾਡਾ ਪੋਲੀਟੀਕਲ ਸਿਸਟਮ, ਉਹ ਕਿੰਨਾ ਡੈਮੋਕ੍ਰੈਟਿਕਲੀ ਚੱਲੇਗਾ, ਕਿੰਨਾ ਕਾਨੂੰਨ ਦੇ ਮੁਤਾਬਕ ਚੱਲੇਗਾ। ਇਹ ਗੱਲ ਮੈਂ ਇਸ ਕਰਕੇ ਕਹਿ ਰਿਹਾ, ਮੈਨੂੰ ਪਤਾ ਹੈ ਕਿ ਜਦੋਂ ਮੈਂ ਇਹ ਗੱਲ ਕਹੂੰਗਾ ਤੇ ਬਹੁਤ ਸਾਰੇ ਲੋਕਾਂ ਦੇ ਸਵਾਲ ਹੋਣਗੇ ਕਿ ਕਾਨੂੰਨ ਤਾਂ ਕਾਨੂੰਨ ਹੈ, ਬਿਲਕੁਲ, ਲੇਕਿਨ ਕਾਨੂੰਨ ਹੈ ਉਦੋਂ ਤੱਕ ਜਦੋਂ ਤੱਕ ਕਾਨੂੰਨ ਨੂੰ ਨਾਫਿਜ਼ ਕਰਨ ਵਾਲੀਆਂ ਏਜੰਸੀਆਂ, ਕਾਨੂੰਨ ਦੀ ਵਿਆਖਿਆ ਕਰਨ ਵਾਲੀਆਂ ਏਜੰਸੀਆਂ, ਕਾਨੂੰਨ ਦੇ ਉੱਤੇ ਨਿਆਂ ਕਰਨ ਵਾਲੀਆਂ ਏਜੰਸੀਆਂ ਬਿਲਕੁਲ ਕਾਨੂੰਨ ਦੇ ਮੁਤਾਬਕ ਚੱਲਣ, ਔਰ ਰਾਜਨੀਤਿਕ ਪ੍ਰਣਾਲੀਆਂ, ਪੋਲੀਟੀਕਲ ਸਿਸਟਮ ਜਿਹੜੇ ਨੇ, ਜਦੋਂ ਕਾਨੂੰਨ ਨੂੰ ਨਾਫਿਜ਼ ਕਰਨ ਲਈ ਬਿਲਕੁਲ ਕਾਨੂੰਨ ਦੀ, ਜਿਹਨੂੰ ਅੰਗਰੇਜ਼ੀ 'ਚ ਕਿਹਾ ਜਾਂਦਾ ਲੈਟਰ ਐਂਡ ਸਪਿਰਿਟ ਦੇ ਮੁਤਾਬਕ ਚੱਲਣ, ਤਾਂ ਫਿਰ ਸਭ ਕੁਝ ਠੀਕ ਚੱਲਦਾ ਹੈ। ਪਰ ਜਦੋਂ ਕੋਈ ਰਾਜਨੀਤਿਕ ਸ਼੍ਰੇਣੀ, ਰਾਜਨੀਤਿਕ ਜਮਾਤ ਪੋਲੀਟੀਕਲ ਸਿਸਟਮ ਤੇ ਕਾਬਜ਼ ਹੋ ਜਾਏ ਔਰ ਉਹ ਇਸ ਤਰ੍ਹਾਂ ਦੀ ਹੋਵੇ ਜਿਹੜੀ ਕਹਿੰਦੀ ਕਿ ਨਹੀਂ, ਕਾਨੂੰਨ ਉਹ ਹੈ ਜਿਸ ਤਰ੍ਹਾਂ ਅਸੀਂ ਚਾਹੁੰਦੇ ਹਾਂ, ਉਸ ਨੂੰ ਤੋੜਿਆ ਮਰੋੜਿਆ ਜਾ ਸਕਦਾ। ਪਿਛਲੇ 72 ਸਾਲਾਂ ਦੇ ਵਿੱਚ, ਇਸ ਤੋਂ ਪਹਿਲੀਆਂ ਹਕੂਮਤਾਂ ਦੇ ਵਿੱਚ ਵੀ ਬਹੁਤ ਕੁਝ ਇਸ ਤਰ੍ਹਾਂ ਦਾ ਹੋਇਆ। ਮਿਸਿਸ ਗਾਂਧੀ ਵੇਲੇ ਹੋਇਆ, ਉਸ ਤਰ੍ਹਾਂ ਦਾ ਹੁਣ ਵੀ ਹੋ ਰਿਹਾ। ਸਾਡੀ ਰਾਜ ਸਭਾ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਇਸ ਖੇਤੀ ਬਿੱਲ ਨੂੰ ਪਾਸ ਕਰਨ ਵੇਲੇ ਜੋ ਮੰਜ਼ਰ ਦੇਖਣ ਨੂੰ ਆਏ, ਉਹ ਕਿਸੇ ਵੀ ਲੋਕਤੰਤਰ ਦੀ ਕਿਸੇ ਵੀ ਪਰਿਭਾਸ਼ਾ ਦੇ ਵਿੱਚ ਫਿੱਟ ਨਹੀਂ ਬੈਠਦੇ। ਤਾਂ ਜੇ ਤਾਂ ਇਹੋ ਜਿਹੀ ਸਰਕਾਰ ਜਾਂ ਇਹੋ ਜਿਹੀ ਪ੍ਰਣਾਲੀ ਦੇ ਨਾਲ ਸਾਡਾ ਮੱਥਾ ਲੱਗਿਆ ਹੋਏਗਾ, ਤਾਂ ਉਹੋ ਜਿਹੇ ਕਾਨੂੰਨਾਂ ਨੂੰ ਰੱਦ ਕਰਾਉਣਾ ਫਿਰ ਕਾਨੂੰਨੀ ਤੌਰ ਦੇ ਉੱਤੇ ਸੰਭਵ ਨਹੀਂ ਹੋਏਗਾ। ਫਿਰ ਤਾਂ ਕੋਈ ਲੋਕਤੰਤਰੀ ਲਹਿਰ ਹੀ ਓਡੀ ਵੱਡੀ ਬਣੇ, ਲੋਕਾਂ ਦਾ ਕੋਈ ਇਸ ਤਰ੍ਹਾਂ ਦਾ ਮਤ ਹੀ ਬਣੇ, ਤਾਂ ਉਹ ਫਿਰ ਸਰਕਾਰ ਨੂੰ ਮਜਬੂਰਨ ਉਸ ਤੋਂ ਪਿੱਛੇ ਹਟਣਾ ਪਏਗਾ। ਨਹੀਂ ਤਾਂ ਇਹ ਕਾਨੂੰਨ ਇਸ ਤਰ੍ਹਾਂ ਹੀ ਚੱਲੇਗਾ। ਕੁਝ ਦਿਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ 31 ਕਿਸਾਨ ਜਥੇਬੰਦੀਆਂ ਦੇ ਨਾਲ ਮੀਟਿੰਗ ਹੁੰਦੀ ਹੈ। ਉਹ ਉਹਨਾਂ ਨੂੰ ਕਹਿੰਦੇ ਨੇ ਕਿ ਜੇਕਰ ਲੋੜ ਪਈ ਤਾਂ ਉਹ ਵਿਸ਼ੇਸ਼ ਇਜਲਾਸ ਬੁਲਾ ਕੇ ਉਸ ਦੇ ਵਿੱਚ ਮਤਾ ਪਾ ਕੇ ਇਸ ਨੂੰ ਰੱਦ ਵੀ ਕਰਨਗੇ। ਕੀ ਇਸ ਦੇ ਨਾਲ ਪੰਜਾਬ ਦੇ ਵਿੱਚ ਇਹ ਬਿੱਲ ਰੱਦ ਬੇਅਸਰ ਹੋ ਸਕਦਾ? ਦੇਖੋ, ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ। ਇਹ ਵੀ ਇੱਕ ਗੱਲ ਸੁਣਨ ਨੂੰ ਆਈ ਸੀਗੀ ਕਿ ਪੂਰੇ ਦੇ ਪੂਰੇ ਪੰਜਾਬ ਨੂੰ APMC ਡਿਕਲੇਅਰ ਕਰਤਾ ਜਾਵੇ, ਮਾਰਕੀਟਿੰਗ ਦਾ ਜਿਹੜਾ ਉਹਨੂੰ ਅਹਾਤਾ ਡਿਕਲੇਅਰ ਕਰਤਾ ਜਾਵੇ। ਨੋਰਮਲੀ ਤਾਂ ਮੰਡੀਆਂ ਹੁੰਦੀਆਂ ਨੇ ਜਿੱਥੇ ਉਹ ਖਰੀਦੋ ਫਰੋਖਤ ਹੋ ਸਕਦੀ ਹੈ। ਇਹ ਸਾਰੇ ਦੀ ਜਿਹੜੀ ਹੈਗੀ ਹੈ ਕਾਨੂੰਨੀ ਅਧਿਐਨ, ਕਾਨੂੰਨੀ ਸਟੱਡੀ ਜਿਹੜੀ ਹੈਗੀ ਉਹ ਮਾਹਿਰਾਂ ਵੱਲੋਂ ਜਾਰੀ ਹੈਗੀ ਹੈ। ਕੁਛ ਨਾ ਕੁਛ ਤਾਂ ਰਾਜ ਸਰਕਾਰ ਕਰ ਸਕਦੀ ਹੈ, ਕਿਉਂਕਿ ਇਹ ਕੰਕਰੈਂਟ ਲਿਸਟ ਹੋਣ ਕਰਕੇ ਰਾਜ ਸਰਕਾਰਾਂ ਨੂੰ ਵੀ ਇਸ ਦੇ ਉੱਤੇ ਅਖਤਿਆਰ ਹੈ। ਔਰ ਕੇਂਦਰੀ ਲਿਸਟ ਜਿਹੜੀ ਹੈ ਉਹਦੇ ਵਿੱਚ ਵੀ ਕਿਹਾ ਗਿਆ ਕਿ ਕੁਝ ਪਹਿਲੂ ਜਿਹੜੇ ਨੇ ਐਗਰੀਕਲਚਰ ਦੇ, ਉਹ ਰਾਜ ਸਰਕਾਰਾਂ ਦੇ ਅਖਤਿਆਰ ਦੇ ਵਿੱਚ ਰਹਿਣਗੇ। ਪਰ ਗੱਲ ਇਹ ਆਉਂਦੀ ਹੈ ਕਿ ਸਰਕਾਰ ਜਿਹੜੀ ਹੈ ਉਹ ਕਿੰਨੀ ਕੁ ਜ਼ਿਆਦਾ ਉਹਦੀ ਇੰਟਰਨਲ ਕਮਿਟਮੈਂਟ ਹੈ। ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਇਸ ਤਰ੍ਹਾਂ ਦੇ ਸਿੰਬੋਲਿਕ ਐਕਟ ਜਿਹੜੇ ਨੇ ਉਹ ਕੀਤੇ ਨੇ। ਪਾਣੀਆਂ ਦਾ ਜਿਹੜਾ ਹੈ ਉਹ ਰੱਦ ਕੀਤਾ ਸੀ, ਸਤਲੁਜ ਯਮੁਨਾ ਲਿੰਕ ਤੇ ਉਸ ਤਰ੍ਹਾਂ ਕੀਤਾ ਸੀ। ਲੇਕਿਨ ਉਹ ਮਸਲਾ ਮੈਂ ਨਹੀਂ ਸਮਝਦਾ ਹਾਲੇ ਤੱਕ ਉਹ ਪੂਰੀ ਤਰ੍ਹਾਂ ਖਤਮ ਹੋ ਗਿਆ। ਉਹ ਦੁਬਾਰਾ ਫਿਰ ਕਿਸੇ ਵੇਲੇ ਵੀ ਜਿਹੜਾ ਹੈਗਾ ਉਸ ਨੂੰ ਸੁਰਜੀਤ ਕੀਤਾ ਜਾ ਸਕਦਾ। ਮੈਂ ਤਾਂ ਬਲਕਿ ਇਹ ਕਹੂੰਗਾ ਕਿ ਜੇ ਕੈਪਟਨ ਅਮਰਿੰਦਰ ਸਿੰਘ ਨੂੰ ਇੰਨਾ ਹੀ ਜ਼ਿਆਦਾ ਫਿਕਰ ਸੀਗਾ ਇਸ ਸਾਰੀ ਬਿੱਲ ਦਾ, ਇਹ 2013 ਤੋਂ ਕੰਟਰੈਕਟ ਫਾਰਮਿੰਗ ਐਕਟ ਬਾਦਲ ਸਰਕਾਰ ਵੇਲੇ ਦਾ ਲੱਗਿਆ ਹੋਇਆ। ਇਹ 2017 ਦੇ ਵਿੱਚ ਇਹ ਸਰਕਾਰ ਸੱਤਾ 'ਚ ਆਈ ਸੀ ਤੇ ਇਹਨਾਂ ਨੂੰ ਪਤਾ ਸੀ ਕੀ ਹੋ ਰਿਹਾ ਹੈਗਾ। ਹੌਲੀ ਹੌਲੀ ਕਾਰਪੋਰੇਟ ਘਰਾਣੇ ਬੈਕਡੋਰ ਦੇ ਰਾਹੀਂ ਇਹਨਾਂ ਕਾਨੂੰਨਾਂ ਦੀ ਮਦਦ ਲੈ ਕੇ ਦੇਸ਼ ਭਰ ਦੇ ਵਿੱਚ ਆ ਰਹੇ ਹੈ। ਇਹ ਬੇਖਬਰ ਨਹੀਂ ਹੈਗੇ ਸੀ, ਇਹ ਕੁਝ ਕਰ ਸਕਦੇ ਸੀ, ਲੇਕਿਨ ਇਹਨਾਂ ਨੇ ਉਦੋਂ ਨਹੀਂ ਕੀਤਾ। ਹੁਣ ਜਦੋਂ ਬਿਲਕੁਲ ਕਿਸਾਨ ਜਥੇਬੰਦੀਆਂ ਜਿਹੜੀਆਂ ਹੈ ਉਹ ਬਿਲਕੁਲ ਮੈਦਾਨ 'ਚ ਉਤਰ ਆਈਆਂ, ਉਹਨਾਂ ਦੇ ਨਾਲ ਦੂਸਰੇ ਲੋਕ ਲੱਗ ਗਏ। ਮੈਂ ਇੱਥੇ ਇਹ ਕਹਿਣਾ ਚਾਹੁੰਦਾ ਕਿ ਇਹ ਜਿਹੜੇ ਖੇਤੀਬਾੜੀ ਨਾਲ ਸੰਬੰਧਿਤ ਬਿੱਲ ਪਾਸ ਹੋਏ ਹੈ, ਇਹ ਸਿਰਫ ਇਹਦੇ 'ਤੇ ਜਿਹੜਾ ਪ੍ਰੋਟੈਸਟ ਹੋ ਰਿਹਾ ਹੈਗਾ ਉਹ ਸਿਰਫ ਖੇਤੀਬਾੜੀ ਜਾਂ ਕਿਸਾਨਾਂ ਦਾ ਪ੍ਰੋਟੈਸਟ ਹੀ ਨਹੀਂ ਰਹਿ ਗਿਆ। ਦੇਸ਼ ਦੇ ਵਿੱਚ ਬਹੁਤ ਦੇਰ ਤੋਂ ਕੁਝ ਜਿਹੜੇ ਬੁੱਧੀਜੀਵੀ ਲੋਕ ਨੇ, ਦੂਸਰੇ ਲੋਕ ਨੇ, ਉਹ ਮਹਿਸੂਸ ਕਰ ਰਹੇ ਸੀਗੇ ਕਿ ਇਹ ਦੇਸ਼ ਜਿਹੜਾ ਹੈ ਕਾਰਪੋਰੇਟ ਵਰਲਡ ਦੇ ਅੱਗੇ ਇੱਥੋਂ ਦੀ ਡੈਮੋਕ੍ਰੇਸੀ ਜਿਹੜੀ ਹੈ ਉਹ ਝੁਕਦੀ ਜਾ ਰਹੀ ਹੈ। ਔਰ ਇਹ ਬੜਾ ਚਿੰਤਾਜਨਕ ਵਿਸ਼ਾ ਸੀ। ਮੈਂ ਖੁਦ ਜਿੱਥੇ ਕਿਤੇ ਵੀ ਮੈਨੂੰ ਮੌਕਾ ਮਿਲਦਾ ਸੀ ਮੈਂ ਇਹ ਗੱਲ ਕਹਿੰਦਾ ਸੀ ਕਿ ਸਾਡੇ ਲੋਕਤੰਤਰ ਨੂੰ ਸਭ ਤੋਂ ਵੱਧ ਖਤਰਾ ਆਉਣ ਵਾਲੇ ਸਮੇਂ 'ਚ ਕਾਰਪੋਰੇਟ ਹਾਊਸਿਸ ਤੋਂ ਹੈ, ਕਾਰਪੋਰੇਟ ਕਲਚਰ ਤੋਂ ਹੈ, ਕਿਉਂਕਿ ਸਾਡੇ ਕਾਨੂੰਨ ਉਸ ਤਰ੍ਹਾਂ ਦੇ ਨਹੀਂ, ਸਾਡੇ ਪੋਲੀਟੀਸ਼ੀਅਨਸ ਦੀ ਉਨੀ ਕਮਿਟਮੈਂਟ ਨਹੀਂ। ਸਭ ਤੋਂ ਵੱਧ ਸਾਡੇ ਲੋਕਾਂ ਦੀ ਜਿਹੜੀ ਸਜਗਤਾ ਆਪਣੇ ਜਿਹੜੀ ਲੋਕਾਂ 'ਚ ਹੋਣੀ ਚਾਹੀਦੀ, ਜਿਹਨੂੰ ਅਸੀਂ ਸਿਵਲ ਸੁਸਾਇਟੀ ਕਹਿੰਦੇ, ਉਹ ਬੜੀ ਕਮਜ਼ੋਰ ਹੈ। ਇਸ ਕਰਕੇ ਇਹੋ ਜਿਹਾ ਮਾਹੌਲ ਦਾ ਤਾਂ ਫਾਇਦਾ ਕਾਰਪੋਰੇਟ ਵਰਲਡ ਬਹੁਤ ਉਠਾਉਂਦਾ ਹੈ। ਤੁਸੀਂ ਦੇਖਿਆ ਹੋਵੇਗਾ ਕਿ ਇਹ ਖੇਤੀਬਾੜੀ ਬਿੱਲ ਜਦੋਂ ਪਾਸ ਹੋ ਰਹੇ ਸੀ ਤਾਂ ਸਾਰਾ ਧਿਆਨ ਖੇਤੀਬਾੜੀ ਦੇ ਬਿੱਲਾਂ 'ਤੇ ਸੀ। ਇਹਨਾਂ ਦੇ ਰੌਲੇ ਰੱਪੇ ਦੇ ਵਿੱਚ 7 ਬਿੱਲ ਹੋਰ ਪਾਸ ਹੋ ਗਏ, ਜਿਨ੍ਹਾਂ ਦੇ ਵਿੱਚ ਇੱਕ ਬਿੱਲ ਜਿਹੜਾ ਹੈ ਜਿਹਨੂੰ ਲੇਬਰ ਰਿਫਾਰਮ ਬਿੱਲ ਕਿਹਾ ਜਾਂਦਾ ਹੈ, ਹਾਲਾਂਕਿ ਉਹ 'ਚ ਰਿਫਾਰਮ ਵਾਲੀ ਕੋਈ ਚੀਜ਼ ਨਹੀਂ ਸੀ। ਉਹ ਸਿੱਧਾ ਜਿਹੜਾ ਹੈ ਉਹ ਕਿਰਤੀ ਵਰਗ ਦੇ ਜਿਹੜੇ ਅਧਿਕਾਰ ਹੈ ਉਹਨਾਂ ਨੂੰ ਸੱਟ ਮਾਰੀ ਗਈ ਹੈ ਤੇ ਕਿਰਤੀ ਵਰਗ ਵੀ ਜਿਹੜਾ ਉੱਠੇਗਾ। ਸੋ ਕੁੱਲ ਮਿਲਾ ਕੇ
ਲੋਕਾਂ ਦੇ ਵਿੱਚ ਇੱਕ ਰੋਹ ਹੈ ਕਿ ਇਹ ਜਿਹੜੀ ਮੌਜੂਦਾ ਸਰਕਾਰ ਹੈ ਇਹ ਕਰ ਕੀ ਰਹੀ ਹੈ, ਕਿਉਂ ਇਹ ਜਿਹੜੀ ਹੈ ਸਾਰੇ ਦੇਸ਼ ਨੂੰ ਕਾਰਪੋਰੇਟ ਹਾਊਸਿਸ ਦੇ ਪੈਰਾਂ ਦੇ ਵਿੱਚ ਜਿਹੜਾ ਹੈ ਰੁਲਣ ਵਾਸਤੇ ਛੱਡ ਰਹੀ ਹੈ। ਜਿਸ ਤਰੀਕੇ ਨਾਲ ਬੈਂਕਾਂ ਦਾ ਜਿਹੜਾ ਹੈ ਉਹ ਮਰਜਰ ਕੀਤਾ ਗਿਆ ਇੱਕ ਖਾਸ ਕਾਰਪੋਰੇਟ ਘਰਾਣੇ ਨੂੰ ਜਿਹੜਾ ਹੈ ਫਾਈਨਾਂਸ ਜਿਹੜਾ ਮੁਹੱਈਆ ਕਰਾਉਣ ਵਾਸਤੇ। ਇਸ ਤੋਂ ਇਲਾਵਾ ਹੋਰ ਬੜਾ ਕੁਝ ਹੈ। ਰਾਫੇਲ ਡੀਲ ਦੇ ਉੱਤੇ ਸਵਾਲ ਉੱਠੇ ਸੀਗੇ। ਸੋ ਭਾਵੇਂ ਜਿਹੜੀ ਲਿਬਰਲਾਈਜੇਸ਼ਨ ਹੈ ਉਹ ਨਰਸਿਮਹਾ ਰਾਓ ਦੀ ਗਵਰਨਮੈਂਟ ਤੋਂ ਸ਼ੁਰੂ ਹੋਈ ਹੈ, ਲੇਕਿਨ ਇਸ ਸਰਕਾਰ ਦੇ ਪਿਛਲੇ 6 ਸਾਲ ਦੇ ਵਿੱਚ ਸੱਤਾ ਤੋਂ ਆਉਣ ਤੋਂ ਬਾਅਦ ਉਸ ਪ੍ਰੋਸੈਸ ਨੂੰ ਇੰਨੀ ਖੁੱਲ੍ਹੇਆਮ ਔਰ ਕਾਨੂੰਨਾਂ ਨੂੰ ਰੌਂਦੇ ਹੋਏ ਉਸ ਨੂੰ ਲਿਆਂਦਾ ਗਿਆ, ਜਿਹਦੇ ਨਾਲ ਜਿਹੜੇ ਲੋਕਾਂ ਦੇ ਸ਼ੰਕੇ ਜਿਹੜੇ ਹੈ ਉਹਨਾਂ ਦੇ ਉਹ ਦਿਮਾਗ 'ਚ ਉੱਠੇ ਨੇ, ਤੇ ਉਹ ਜਿਹੜਾ ਭਾਂਬੜ ਅੰਦਰ ਬਲ ਰਿਹਾ ਸੀ ਉਹ ਖੇਤੀ ਬਿੱਲਾਂ ਦੇ ਆਉਣ ਤੋਂ ਬਾਅਦ ਉਹ ਬਾਹਰ ਆ ਰਿਹਾ। ਇਹ 'ਚ ਕੋਈ ਦੋ ਰਾਏ ਨਹੀਂ ਕਿ ਜ਼ਿਆਦਾ ਪ੍ਰੋਟੈਸਟ ਹਰਿਆਣਾ ਪੰਜਾਬ 'ਚ ਹੋ ਰਿਹਾ, ਲੇਕਿਨ ਦੂਸਰੇ ਰਾਜਾਂ ਤੋਂ ਵੀ ਹੌਲੀ ਖਬਰਾਂ ਆਉਣੀਆਂ ਸ਼ੁਰੂ ਹੋ ਰਹੀਆਂ ਕਿ ਜਿਹੜਾ ਮਾਮਲਾ ਇਹ ਠੰਡਾ ਨਹੀਂ ਪਏਗਾ। ਭੋਗ ਸਾਹਿਬ, ਤੁਹਾਡੇ ਮੁਤਾਬਕ ਸੋਲਿਊਸ਼ਨ ਕੀ ਹੈ ਇਹਨਾਂ ਬਿੱਲਾਂ ਦਾ? ਕੀ ਹੁਣ ਕਰ ਸਕਦੇ ਨੇ, ਚਾਹੇ ਉਹ ਰਾਜ ਸਰਕਾਰ ਹੋਵੇ ਕੋਈ ਵੀ ਕਿਸਾਨ ਜਥੇਬੰਦੀ, ਕੀ ਸੋਲਿਊਸ਼ਨ ਆ ਉਹਨਾਂ ਦੇ ਅੱਗੇ? ਦੇਖੋ, ਕਿਸੇ ਵੀ ਲੋਕਤੰਤਰ 'ਚ ਸੋਲਿਊਸ਼ਨ ਦੋ ਤਰੀਕੇ ਨਾਲ ਹੀ ਕੱਢੇ ਜਾ ਸਕਦੇ ਹੁੰਦੇ ਨੇ। ਇੱਕ ਤਾਂ ਹੈ ਕਿ ਲੀਗਲ ਰੈਮੇਡੀਜ਼, ਉਹ ਮੈਂ ਪਹਿਲਾਂ ਤੁਹਾਨੂੰ ਜਿਸ ਤਰ੍ਹਾਂ ਅਰਜ਼ ਕੀਤੀ ਕਿ ਕਾਨੂੰਨੀ ਤੌਰ 'ਤੇ ਇਸ ਨੂੰ ਚੈਲੰਜ ਕੀਤਾ ਜਾਣਾ ਚਾਹੀਦਾ, ਚੈਲੰਜ ਕੀਤਾ ਜਾਏਗਾ ਵੀ, ਜੋ ਮੈਨੂੰ ਇਤਲਾਹ ਮਿਲ ਰਹੀ ਹੈ ਡਿਫਰੈਂਟ ਸੋਰਸਿਸ ਤੋਂ। ਵਿਦਿਨ ਅ ਫਿਊ ਡੇਜ਼ ਇਸ ਨੂੰ ਸੁਪਰੀਮ ਕੋਰਟ ਚੈਲੰਜ ਕੀਤਾ ਜਾਊਗਾ। ਲੇਕਿਨ ਕੱਲਾ ਕਾਨੂੰਨ ਨੂੰ ਚੈਲੰਜ ਕਰਨ ਦੇ ਨਾਲ ਹੀ ਇਹ ਮਾਮਲਾ ਠੀਕ ਨਹੀਂ ਹੋਏਗਾ। ਇੱਕ ਬਕਾਇਦਾ ਜ਼ਬਰਦਸਤ ਪਬਲਿਕ ਪ੍ਰੈਸ਼ਰ ਜਿਹੜਾ ਹੈ ਉਹ ਬਣਨਾ ਬਹੁਤ ਜ਼ਰੂਰੀ ਹੈ। ਉਸ ਮਾਮਲੇ ਦੇ ਉੱਤੇ ਹਾਲਾਂਕਿ ਕਾਫੀ ਰੋਹ ਜਿਹੜਾ ਹੈ ਪੰਜਾਬ ਹਰਿਆਣਾ 'ਚ ਦੇਖਣ ਨੂੰ ਮਿਲ ਰਿਹਾ, ਲੇਕਿਨ ਇੱਕ ਸਰਬ ਭਾਰਤੀ ਲੈਵਲ 'ਤੇ, ਆਲ ਇੰਡੀਆ ਲੈਵਲ ਦੇ ਉੱਤੇ ਇੱਕ ਉਸ ਤਰ੍ਹਾਂ ਦੀ ਮੂਵਮੈਂਟ ਜਿਹੜੀ ਹੈ ਖੜੀ ਹੋਣੀ ਇਸ ਵੇਲੇ ਬੜੀ ਜ਼ਰੂਰੀ ਹੈ। ਮੈਨੂੰ ਯਾਦ ਆਉਂਦਾ 1975 ਜਦੋਂ ਲੋਕ ਨਾਇਕ ਜੈ ਪ੍ਰਕਾਸ਼ ਨਾਰਾਇਣ ਇੱਕ ਐਡਾ ਲੀਡਰ ਉਹ ਖੜੇ ਹੋ ਗਏ ਸੀ, ਔਰ ਮਿਸਿਸ ਗਾਂਧੀ ਦੀ ਜਿਹੜੀ ਉਸ ਵੇਲੇ ਅਥਾਰਟੇਰੀਅਨ ਰਿਜੀਮ ਸੀ ਉਸ ਨੂੰ ਉਹਨਾਂ ਨੇ ਚੈਲੰਜ ਕੀਤਾ। ਐਮਰਜੈਂਸੀ ਵੀ ਲੱਗੀ, ਉਹਨਾਂ 'ਤੇ ਜ਼ੁਲਮ ਵੀ ਹੋਏ, ਲੇਕਿਨ ਸਿੱਟਾ ਇਹ ਹੋਇਆ ਕਿ ਉਹ ਸਰਕਾਰ ਬਦਲੀ ਔਰ ਉਹ ਸਾਰਾ ਨਿਜ਼ਾਮ ਜਿਹੜਾ ਹੈ ਰੋਲ ਬੈਕ ਕਰਨਾ ਪਿਆ। ਤਾਂ ਇਸ ਵੇਲੇ ਜੇ ਉਸ ਤਰ੍ਹਾਂ ਦਾ ਲੀਡਰ ਸਾਡੇ ਦੇਸ਼ ਦੀ ਖੁਸ਼ਕਿਸਮਤੀ ਹੋਏਗੀ ਜੇ ਇਮਰਜ ਕਰ ਜਾਏ, ਮੈਨੂੰ ਫਿਲਹਾਲ ਤਾਂ ਨਹੀਂ ਕੋਈ ਨਜ਼ਰ ਆ ਰਿਹਾ। ਤਾਂ ਜਿਹੜਾ ਵੀ ਇਹਦਾ ਹੱਲ ਹੈ ਉਹ ਰਾਜਨੀਤਿਕ ਤੇ ਕਾਨੂੰਨੀ ਦੋਨੋਂ ਨਾਲ ਚੱਲਣਗੇ ਤਾਂ ਹੋਏਗਾ, ਨਹੀਂ ਤਾਂ ਇਹ ਸਰਕਾਰ ਜਿਹੜੀ ਹੈ ਇਸ ਤਰ੍ਹਾਂ ਦੇ ਇਸ ਦੀ ਵਿਚਾਰਧਾਰਾ ਹੈ ਕਿ ਉਹ ਬਜ਼ਿਦ ਹੈ ਆਪਣਾ ਏਜੰਡਾ ਜਿਹੜਾ ਹੈ ਉਹਨੂੰ ਨਾਫਿਜ਼ ਕਰਨ ਤੇ ਉਹਦੇ ਲਈ ਕੋਈ ਵੀ ਕੀਮਤ ਦੇਸ਼ ਨੂੰ ਅਦਾ ਕਰਨੀ ਪਈ, ਉਹਨਾਂ ਨੂੰ ਇਸ ਗੱਲ ਦੀ ਪਰਵਾਹ ਨਹੀਂ ਹੈ। ਭੋਗ ਸਾਹਿਬ, ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਹੈ ਲੋਕਾਂ ਨੂੰ ਕਹਿ ਰਹੇ ਨੇ ਕਿ ਇਹ ਗ੍ਰਾਮ ਪੰਚਾਇਤਾਂ ਤੋਂ ਇਹ ਮਤਾ ਪਾ ਕੇ ਰੱਦ ਕੀਤਾ ਜਾ ਸਕਦਾ ਬਿੱਲ। ਬੇਸ਼ੱਕ ਗ੍ਰਾਮ ਪੰਚਾਇਤ ਸਾਡੀ ਜੜ੍ਹਾਂ ਦੇ ਵਿੱਚ ਹੈ, ਪਿੰਡਾਂ ਦੇ ਵਿੱਚ, ਕੀ ਇੰਨੀ ਸ਼ਕਤੀ ਗ੍ਰਾਮ ਸਭਾ ਕੋਲ ਹੈਗੀ ਹੈ, ਗ੍ਰਾਮ ਪੰਚਾਇਤਾਂ ਕੋਲ ਹੈਗੀ ਹੈ ਵੀ ਉਹ ਰੱਦ ਕਰ ਸਕਣ ਇਸ ਬਿੱਲ ਨੂੰ? ਮੈਨੂੰ ਪਹਿਲਾਂ ਤਾਂ ਬੜੀ ਖੁਸ਼ੀ ਹੈ ਕਿ ਇਹ ਸਾਡੇ ਪੋਲੀਟੀਸ਼ੀਅਨ ਜਿਹੜੇ ਹੈ ਇਹਨਾਂ ਨੂੰ ਅਖੀਰ ਗ੍ਰਾਮ ਸਭਾ ਯਾਦ ਆਈ। ਤਰਾਸਦੀ ਇਹ ਹੈ ਕਿ ਪੰਜਾਬ 'ਚ ਸਰਪੰਚਾਂ ਨੂੰ, ਪੰਚਾਇਤਾਂ ਨੂੰ ਵੀ ਨਹੀਂ ਪਤਾ ਕਿ ਗ੍ਰਾਮ ਸਭਾ ਦੇ ਜਿਹੜੇ ਅਧਿਕਾਰ ਕੀ ਹੈ। ਗ੍ਰਾਮ ਸਭਾ ਨੂੰ ਬਹੁਤ ਅਧਿਕਾਰ ਹੈ, ਇੱਥੋਂ ਤੱਕ ਅਧਿਕਾਰ ਹੈ ਕਿ ਗ੍ਰਾਮ ਸਭਾ ਦਾ ਪਾਇਆ ਹੋਇਆ ਮਤਾ ਜਿਹੜਾ ਹੈ ਉਸ ਨੂੰ ਜਿਹੜੀ ਹੈ ਮਾਨਯੋਗ ਹਾਈ ਕੋਰਟ ਜਾਂ ਸੁਪਰੀਮ ਕੋਰਟ ਵੀ ਇਗਨੋਰ ਨਹੀਂ ਕਰ ਸਕਦੀ। ਤਾਂ ਉਹ ਆਪਣੇ ਆਪ ਦੇ ਵਿੱਚ ਠੀਕ ਕਹਿ ਰਹੇ ਹੈ, ਲੇਕਿਨ ਇਹ ਜ਼ਰੂਰ ਹੈ ਕਿ ਜਦੋਂ ਲੋਕ ਇੱਕ ਵਾਰੀ ਫਿਰ ਇਸ ਤਰ੍ਹਾਂ ਦੇ ਮਤੇ ਪਾਉਣ ਲੱਗ ਜਾਣਗੇ, ਫਿਰ ਇਹਨਾਂ ਨੂੰ ਨੱਥ ਪਾਉਣ ਲਈ ਹੋਰ ਮਤੇ ਵੀ ਪਾਉਣਗੇ। ਇਹਦੇ ਨਾਲ ਸਾਡਾ ਲੋਕਤੰਤਰ ਜਿਹੜਾ ਹੈ ਉਹ ਬੜਾ ਮਜ਼ਬੂਤ ਹੋਏਗਾ। ਤਾਂ ਭਾਵੇਂ ਉਹਨਾਂ ਨੇ ਮੌਕੇ ਦੇ ਮੁਤਾਬਕ ਇਹ ਗੱਲ ਕਹੀ, ਗੱਲ ਬੜੀ ਸਿਆਣੀ ਕਹੀ, ਤਾਂ ਉਹਨਾਂ ਮਤਿਆਂ ਦਾ ਜਿਹੜਾ ਹੈ ਬਾਖੂਬੀ ਅਸਰ ਹੋਏਗਾ। ਭਾਵੇਂ ਹਰ ਇੱਕ ਪੰਜਾਬ ਦੀ ਆਪਣੀ ਆਪਣੀ ਜੁਰਿਸਡਿਕਸ਼ਨ ਹੈ, ਲੇਕਿਨ ਜਦੋਂ ਪੰਜਾਬ ਦੇ ਜਿਹੜੇ 12,000 ਤੋਂ ਉੱਪਰ ਸਾਰੇ ਦੇ ਸਾਰੇ ਪਿੰਡ ਹੈ ਉਹ ਇਦਾਂ ਦਾ ਮਤਾ ਪਾਸ ਕਰ ਦੇਣਗੇ, ਜਾਂ ਹਰਿਆਣੇ ਦੇ ਵਿੱਚ ਵੀ ਹੋ ਜਾਏਗਾ ਜਾਂ ਦੂਸਰੀਆਂ ਸਟੇਟਸ ਵੀ ਹੋ ਜਾਏਗਾ, ਤਾਂ ਇੱਕ ਬਹੁਤ ਬੜਾ ਚੈਲੰਜ ਜਿਹੜਾ ਹੈ ਇਹ ਸਰਕਾਰ ਲਈ ਹੋਊਗਾ, ਉਸ ਨੂੰ ਜਿਹੜਾ ਹੈ ਇਗਨੋਰ ਨਹੀਂ ਕੀਤਾ ਜਾ ਸਕਦਾ। ਭੋਗ ਸਾਹਿਬ, ਆਪਾਂ ਗੱਲ ਕਰੀਏ ਪੰਜਾਬ ਦਾ ਜਿਹੜਾ ਮੰਡੀਕਰਨ ਹੈ, ਕਰੋੜਾਂ ਦਾ ਢਾਂਚਾ ਹੈ ਇਹ। ਮੰਡੀ ਦੇ ਵਿੱਚ ਫੀਸ ਲੱਗਦੀ ਹੈ, ਜੇ ਕੋਈ ਆਉਂਦਾ ਉਹਦੇ ਨਾਲ ਕਾਫੀ ਡਿਵੈਲਪਮੈਂਟ ਹੁੰਦੀ ਹੈ, ਜਿਹੜੇ ਸੜਕਾਂ ਬਣਦੀਆਂ ਨੇ, ਹੋਰ ਜੋ ਰੂਰਲ ਡਿਵੈਲਪਮੈਂਟ ਦੇ ਕੰਮ ਕੀਤੇ ਜਾਂਦੇ ਨੇ। ਪਰ ਇਸ ਮੰਡੀਕਰਨ ਦੇ ਢਾਂਚੇ ਦੇ ਨਾਲ ਕਾਫੀ ਲੋਕ ਜੁੜੇ ਹੋਏ ਨੇ, ਖੇਤੀਬਾੜੀ ਵਾਲੇ ਲੋਕ ਜੁੜੇ ਹੋਏ ਨੇ, ਖੇਤ ਮਜ਼ਦੂਰ ਜੁੜੇ ਹੋਏ ਨੇ, ਆੜ੍ਹਤੀ ਜੁੜੇ ਹੋਏ ਨੇ। ਜੇ ਐਕਟ ਲਾਗੂ ਹੋ ਜਾਏਗਾ ਤਾਂ ਉਹ ਬਾਕੀ ਲੋਕਾਂ ਦਾ ਕੀ ਬਣੇਗਾ ਜਿਹੜੇ ਇਸ ਮੰਡੀਕਰਨ ਢਾਂਚੇ ਦੇ ਨਾਲ ਜੁੜੇ ਹੋਏ ਨੇ? ਬਿਲਕੁਲ, ਇਹ ਜਿਹੜੀ ਚਿੰਤਾ ਹੈ ਇਹ ਵਾਜਿਬ ਹੈ ਕਿ ਉਹ ਇੱਕ ਸਿਸਟਮ ਹੈ। ਇੱਕ ਤਾਂ ਇਹ ਕਿ ਉੱਥੋਂ ਜਿਹੜਾ ਰੈਵਨਿਊ ਜਨਰੇਟ ਹੁੰਦਾ ਸੀ, ਸਾਡਾ ਜਿਹੜਾ ਪੰਜਾਬ 'ਚ ਰੂਰਲ ਰੋਡਸ ਦਾ ਨੈਟਵਰਕ ਹੈ ਉਸ ਨਾਲ ਬਣਿਆ। ਇਸ 'ਚ ਇਹ ਵੀ ਨਾਲ ਸੱਚਾਈ ਹੈ ਕਿ ਪਿਛਲੇ ਤਕਰੀਬਨ 10-12 ਸਾਲ ਤੋਂ ਮੰਡੀ ਬੋਰਡ ਦੀ ਜਿਹੜੀ ਇਨਕਮ ਹੈ, ਜਿਹੜਾ ਬਜਟ ਦੇ ਵਿੱਚ ਜਿਹਦਾ ਕੋਈ ਖਾਤਾ ਨਹੀਂ ਹੁੰਦਾ, ਉਸ ਦਾ ਰੱਜ ਕੇ ਦੁਰਉਪਯੋਗ ਕੀਤਾ ਪੰਜਾਬ ਸਰਕਾਰ ਨੇ, ਚਾਹੇ ਉਹ ਅਕਾਲੀ ਗਵਰਨਮੈਂਟ ਹੋਵੇ ਚਾਹੇ ਉਹ ਮੌਜੂਦਾ ਸਰਕਾਰ ਹੋਵੇ। ਲੇਕਿਨ ਇਸ ਦੇ ਨਾਲ ਫਾਇਦਾ ਵੀ ਚਲੋ ਕਿਤੇ ਨਾ ਕਿਤੇ ਹੋਇਆ। ਉਹ ਮਜ਼ਦੂਰ ਵਰਗ ਜਿਹੜਾ ਮੰਡੀਆਂ 'ਚ ਕੰਮ ਕਰਦਾ ਹੈ, ਉਹ ਆੜ੍ਹਤੀ ਜਿਹੜੇ ਕਮਿਸ਼ਨ ਏਜੰਟਸ ਨੇ, ਕਮਿਸ਼ਨ ਏਜੰਟਸ ਤਾਂ ਚਲੋ ਕੋਈ ਹੋਰ ਤਰੀਕਾ ਲੱਭ ਲੈਣਗੇ, ਲੇਕਿਨ ਜਿਹੜੀ ਲੇਬਰ ਫੋਰਸ ਉੱਥੇ ਲੱਗੀ ਹੋਈ ਹੈ ਉਹਨਾਂ ਲਈ ਇੱਕ ਬਹੁਤ ਬੜਾ ਮਸਲਾ। ਕੁੱਲ ਮਿਲਾ ਕੇ ਜਿਹੜੀ ਸਾਡੀ ਲਿਬਰਲਾਈਜੇਸ਼ਨ ਦੀ ਪਾਲਿਸੀ ਹੈ ਇਹ
ਕਾਫੀ ਦੇਰ ਤੋਂ ਐਂਟੀ ਲੇਬਰ ਹੀ ਇਸ ਨੂੰ ਆਪਾਂ ਦੇਖ ਰਹੇ ਹਾਂ। ਹੁਣ ਜਿਹੜੇ ਰੀਸੈਂਟ ਜਿਹੜਾ ਬਿੱਲ ਪਾਸ ਕੀਤਾ ਲੇਬਰ ਰਿਫਾਰਮ ਦਾ, ਉਹਦੇ 'ਚ ਲੇਬਰ ਨੂੰ ਜਦੋਂ ਮਰਜ਼ੀ ਹਟਾਇਆ ਜਾ ਸਕਦਾ ਕਿਸੇ ਵੀ ਫੈਕਟਰੀ 'ਚ। ਜੇ ਪਹਿਲਾਂ ਇਹ ਕਾਨੂੰਨ ਸੀਗਾ ਕਿ ਜਿੱਥੇ 100 ਤੋਂ ਘੱਟ ਨੇ ਉੱਥੇ ਤੁਸੀਂ ਬਿਨਾਂ ਪਰਮਿਸ਼ਨ ਲਏ ਉਸ ਫੈਕਟਰੀ 'ਚੋਂ ਲੇਬਰ ਨੂੰ ਹਟਾ ਸਕਦੇ ਹੋ, ਫੈਕਟਰੀ ਬੰਦ ਕਰ ਸਕਦੇ ਹੋ। ਹੁਣ ਉਹਦੀ ਸੀਮਾ ਵਧਾ ਕੇ 300 ਕਰਤੀ ਗਈ। ਤਾਂ ਕੁੱਲ ਮਿਲਾ ਕੇ ਸਾਰੀ ਜਿਹੜੀ ਸਿਸਟਮ ਹੈ ਇਹ ਜਿਹੜਾ ਮਜ਼ਦੂਰ ਵਰਗ ਦੇ ਤਾਂ ਖਿਲਾਫ ਹੈ ਹੀ ਹੈ। ਤਾਂ ਮਜ਼ਦੂਰ ਵਰਗ ਦੀ ਕਿਸੇ ਨੂੰ ਕੋਈ ਪਰਵਾਹ ਨਹੀਂ ਹੈ। ਤਾਂ ਜ਼ਾਹਿਰ ਹੈ ਉਹਨਾਂ ਦੇ ਲਈ ਕਾਫੀ ਮਾੜਾ ਸਮਾਂ ਹੋਏਗਾ ਜਦੋਂ ਮੰਡੀਆਂ ਬੰਦ ਹੋਣਗੀਆਂ। ਭਾਜਪਾ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਕਿ ਇਹ ਜਿਹੜਾ ਖੇਤੀਬਾੜੀ ਬਿੱਲ ਹੈ ਕਿਸਾਨਾਂ ਦੇ ਵੈਲਫੇਅਰ ਵਾਸਤੇ ਹੈ, ਜਾਂ ਹਰੇਕ ਜਿਹੜਾ ਵੀ ਵਰਗ ਦੇ ਨਾਲ ਜੁੜਿਆ ਉਹਨਾਂ ਦਾ ਵੈਲਫੇਅਰ ਹੋਊਗਾ ਇਸ ਦੇ ਨਾਲ। ਪਰ ਕਿਸਾਨ ਜਦ ਇਹ ਮਨਾ ਕਰ ਰਹੇ ਨੇ ਕਿ ਸਾਨੂੰ ਇਹ ਚੀਜ਼ ਨਹੀਂ ਚਾਹੀਦੀ, ਤਾਂ ਭਾਜਪਾ ਸਰਕਾਰ ਕਿਉਂ ਇੰਨਾ ਵੈਲਫੇਅਰ ਕਰਨਾ ਚਾਹੁੰਦੀ ਹੈ? ਜਦ ਕਿਸਾਨਾਂ ਨੂੰ ਹੀ ਨਹੀਂ ਚਾਹੀਦਾ ਕਿ ਸਾਨੂੰ ਇਹ ਚੀਜ਼ ਨਹੀਂ ਚਾਹੀਦੀ, ਤਾਂ ਥੋਪਣ ਕਿਉਂ ਲੱਗੀ ਹੋਈ ਆ ਭਾਜਪਾ ਸਰਕਾਰ? ਦੇਖੋ, ਦੋ ਗੱਲਾਂ ਨੇ ਇਹਦੇ ਵਿੱਚ। ਭਾਜਪਾ ਸਰਕਾਰ ਦੇ ਪਿੱਛੇ ਬਹੁਤ ਜ਼ਬਰਦਸਤ ਕਾਰਪੋਰੇਟ ਲੌਬੀ ਖੜੀ ਹੈ। ਮੈਨੂੰ ਬਾਰ-ਬਾਰ ਕਹਿਣ ਦੀ ਲੋੜ ਨਹੀਂ, ਸਾਰੇ ਲੋਕ ਜਿਹੜੇ ਹਨ, ਜਿਹੜੇ ਅਖਬਾਰ ਪੜ੍ਹਦੇ ਆ, ਸੋਸ਼ਲ ਮੀਡੀਆ ਦੇਖਦੇ, ਉਹਨਾਂ ਨੂੰ ਪਤਾ ਹੈ ਕਿਸ ਤਰੀਕੇ ਨਾਲ ਉਹਨਾਂ ਨੇ ਪਿਛਲੇ 6 ਸਾਲ ਬਹੁਤ ਬੜੇ ਘਰਾਣਿਆਂ ਨੂੰ ਫਾਇਦੇ ਦੇਣ ਦੇ ਚੱਕਰ ਦੇ ਵਿੱਚ ਦੇਸ਼ ਦੀ ਅਰਥ ਵਿਵਸਥਾ ਦਾ ਨੁਕਸਾਨ ਕੀਤਾ। ਔਰ ਫਿਰ ਉਹਨਾਂ ਦੀ ਵਿਚਾਰਧਾਰਾ ਇੱਕ ਖਾਸ ਕਿਸਮ ਦੀ ਵਿਚਾਰਧਾਰਾ ਹੈ ਜਿਹੜੀ ਅਦਰਵਾਈਜ਼ ਵੀ ਦੇਸ਼ ਨੂੰ ਜਿਹੜਾ ਹੈ ਵੰਡ ਪਾਊ ਰਾਜਨੀਤੀ ਵਾਲੇ ਪਾਸੇ ਤੱਕਦੀ ਹੈ। ਉਹ ਜਿੰਨਾ ਮਰਜ਼ੀ ਇਹ ਕਹੀ ਜਾਣ ਕਿ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਹੈ। ਸਵਾਲ ਇਹ ਹੈ ਕਿ ਜੇ ਇਹ ਬਿੱਲ ਕਿਸਾਨਾਂ ਦੇ ਹੱਕ ਦੇ ਵਿੱਚ ਹੁੰਦਾ ਤਾਂ ਇਹਨੂੰ ਇਸ ਤਰੀਕੇ ਨਾਲ ਧੱਕੋਜ਼ੋਰੀ ਕਰਕੇ ਪਾਰਲੀਮੈਂਟ ਦੇ ਵਿੱਚ ਲਿਆਉਣ ਦੀ ਕੀ ਲੋੜ ਸੀ? ਤੁਸੀਂ ਆਰਡੀਨੈਂਸ ਕਿਉਂ ਲਿਆਂਦਾ? ਤੁਸੀਂ ਸ਼ਰੇਆਮ ਇਸ ਦੇ ਉੱਤੇ ਡਿਬੇਟ ਕਰਾਉਂਦੇ। ਬਹੁਤ ਸਵਾਲ ਹੈ ਕਿ ਏਡੀ ਕਾਹਦੀ ਜਲਦੀ ਸੀਗੀ ਜਿਹੜੇ ਆਰਡੀਨੈਂਸ ਲਿਆਉਣ ਦੀ, ਜਿਹੜੀ ਲਿਆਂਦਾ ਗਿਆ? ਬਿਲਕੁਲ ਇਸ ਤੇ ਡਿਬੇਟ ਹੋਣੀ ਚਾਹੀਦੀ ਸੀ। ਔਰ ਪਹਿਲਾਂ ਤਾਂ ਆਰਡੀਨੈਂਸ ਲਿਆਂਦੇ ਗਏ, ਉਦੋਂ ਲੋਕਾਂ ਨੂੰ ਸ਼ੱਕ ਹੋਇਆ ਕਿ ਆਰਡੀਨੈਂਸ ਦੀ ਕੀ ਲੋੜ ਹੈ ਜਦੋਂ ਤੁਸੀਂ ਸਪੈਸ਼ਲ ਸੈਸ਼ਨ ਬੁਲਾ ਸਕਦੇ ਹੋ ਜਾਂ ਪਾਰਲੀਮੈਂਟ ਦਾ ਇਜਲਾਸ ਹੋਰ ਆਉਣ ਵਾਲੇ 2 ਮਹੀਨਿਆਂ 'ਚ ਹੋਣ ਵਾਲਾ ਸੀ। ਫਿਰ ਜਦੋਂ ਉਸਨੇ ਬਿੱਲ ਪਾਸ ਹੋਣਾ ਸੀ, ਲੋਕ ਸਭਾ 'ਚ ਵੀ ਪ੍ਰੋਪਰ ਉਹਦੇ ਡਿਸਕਸ਼ਨ ਨਹੀਂ ਹੋਈ। ਆਪੋਜੀਸ਼ਨ ਪਾਰਟੀਜ਼ ਮੰਗ ਕਰਦੀ ਰਹੀ ਕਿ ਇਹਨੂੰ ਜਿਹੜੀ ਹੈ ਸਿਲੈਕਟ ਕਮੇਟੀ ਨੂੰ ਦਿੱਤਾ ਜਾਵੇ ਤਾਂ ਕਿ ਇਹਦੇ ਬਾਰੇ ਪ੍ਰੋਪਰ ਸਟੱਡੀ ਹੋਵੇ, ਪ੍ਰੋਪਰ ਉਹਦੇ ਬਾਰੇ ਜਿਹੜੀ ਹੈ ਉਹ ਗੱਲਬਾਤ ਹੋਵੇ। ਨਹੀਂ ਮੰਨਿਆ ਗਿਆ। ਮੈਜੋਰਿਟੀ ਸੀ, ਰਾਜ ਸਭਾ ਦੇ ਵਿੱਚ ਮੈਜੋਰਿਟੀ ਨਹੀਂ ਸੀ। ਉੱਥੇ ਸ਼ਰੇਆਮ ਜਿਹੜੀ ਹੈ ਉਹ ਇੱਕ ਹਾਈ ਹੈਂਡਡਨੈਸ, ਜਿਹਨੂੰ ਪੰਜਾਬੀ 'ਚ ਅਸੀਂ ਗੁੰਡਾਗਰਦੀ ਹੀ ਕਹਿ ਸਕਦੇ ਹਾਂ, ਸ਼ਬਦੋਂ ਕੀਤੀ ਗਈ। ਇੱਕ ਮੈਂਬਰ CPI ਦੇ ਮੈਂਬਰ ਆਪਣੀ ਸੀਟ 'ਤੇ ਖੜੇ ਹੋ ਕੇ ਡਿਵੀਜ਼ਨ ਵਾਸਤੇ ਕਹਿ ਰਹੇ ਹੈ, ਲੇਕਿਨ ਡਿਪਟੀ ਸਪੀਕਰ ਜਿਹੜੇ ਹੈ ਉਹਨਾਂ ਨੇ ਬਿਲਕੁਲ ਉਸ ਨੂੰ ਦਰਕਿਨਾਰ ਕਰਕੇ ਵੌਇਸ ਵੋਟ ਨਾਲ ਜਿਹੜਾ ਹੈ ਉਸ ਬਿੱਲ ਨੂੰ ਪਾਸ ਡਿਕਲੇਅਰ ਕਰਤਾ। ਔਰ ਫਿਰ ਰਾਸ਼ਟਰਪਤੀ ਨੇ ਵੀ ਉਸ 'ਤੇ ਸਾਈਨ ਕਰਤੇ। ਹਾਲਾਂਕਿ ਜੇ ਰਾਸ਼ਟਰਪਤੀ ਚਾਹੁੰਦੇ ਤਾਂ ਉਹ ਵੀ ਇਸਦਾ ਨੋਟਿਸ ਲੈ ਸਕਦੇ ਸੀਗੇ। ਮੈਂ ਦੱਸ ਦੇਣਾ ਚਾਹੁੰਦਾ ਸਾਡੇ ਜਿਹੜੇ ਵਿਊਅਰਸ ਨੇ ਕਿ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ 1986 'ਚ ਪੋਸਟਲ ਅਮੈਂਡਮੈਂਟ ਬਿੱਲ ਪਾਸ ਹੋਇਆ ਸੀ। ਰਾਜੀਵ ਗਾਂਧੀ ਦੀ ਗਵਰਨਮੈਂਟ ਸੀ। ਲੋਕ ਸਭਾ ਔਰ ਰਾਜ ਸਭਾ 'ਚ ਦੋਨਾਂ ਸਦਨਾਂ 'ਚ ਉਸ ਸਰਕਾਰ ਦੀ ਮੈਜੋਰਿਟੀ ਸੀ। ਇਹਨਾਂ ਕੋਲ ਤਾਂ ਇੱਕ ਸਦਨ 'ਚ ਮੈਜੋਰਿਟੀ ਹੈ। ਬਿੱਲ ਪਾਸ ਹੋ ਗਿਆ, ਲੇਕਿਨ ਉਸ ਬਿੱਲ ਦਾ ਵਿਰੋਧ ਜਿਹੜਾ ਹੈ ਉਹ ਸਾਰੇ ਦੇਸ਼ 'ਚ ਹੋਇਆ ਕਿ ਇਹ ਸਾਡੀ ਜਿਹੜੀ ਲਿਬਰਟੀ ਹੈ, ਜਿਹੜੀ ਸਾਡੇ ਸ਼ਹਿਰਾਂ 'ਚ ਉਸ ਵੇਲੇ ਸਿਵਲ ਸੁਸਾਇਟੀ ਬੈਠੀ ਸੀ, ਪੱਤਰਕਾਰ ਬਰਾਦਰੀ, ਉਹਨਾਂ ਨੇ ਵਿਰੋਧ ਕੀਤਾ। ਗਿਆਨੀ ਜ਼ੈਲ ਸਿੰਘ ਨੇ ਉਸ 'ਤੇ ਸਾਈਨ ਕਰਨ ਤੋਂ ਨਾ ਕਰ ਦਿੱਤੀ ਸੀ ਔਰ ਉਹ ਬਿੱਲ ਨਹੀਂ ਸੀ। ਹਾਲਾਂਕਿ ਦੋਨਾਂ ਸਦਨਾਂ 'ਚੋਂ ਪਾਸ ਹੋ ਚੁੱਕਾ ਸੀ ਬਿੱਲ, ਲੇਕਿਨ ਉਹ ਬਿੱਲ ਕਾਨੂੰਨ ਨਹੀਂ ਬਣ ਸਕਿਆ। 1990 ਜਦੋਂ VP ਸਿੰਘ ਪ੍ਰਾਈਮ ਮਿਨਿਸਟਰ ਬਣੇ ਤਾਂ ਉਹਨਾਂ ਨੇ ਫਿਰ ਉਹ ਬਿੱਲ ਵਾਪਸ ਲੈ ਲਿਆ। ਤਾਂ ਜੇ ਰਾਸ਼ਟਰਪਤੀ ਚਾਹੁੰਦੇ ਤਾਂ ਉਹ ਵੀ ਕਰ ਸਕਦੇ ਸੀ, ਘੱਟੋ ਘੱਟ ਇੱਕ ਵਾਰੀ ਵਾਪਸ ਭੇਜ ਦਿੰਦੇ, ਦੁਬਾਰਾ ਚਰਚਾ ਕਰਨ ਲਈ ਕਹਿੰਦੇ, ਆਪਣਾ ਇੱਕ ਸਪੈਸ਼ਲ ਮੈਸੇਜ ਦੇ ਸਕਦੇ ਸੀਗੇ, ਜਾਂ ਪ੍ਰਾਈਮ ਮਿਨਿਸਟਰ ਨੂੰ ਬੁਲਾ ਕੇ ਕੁਝ ਡਿਸਕਸ ਕਰਦੇ ਕਿ ਬਈ ਇਸ ਤਰ੍ਹਾਂ ਨਹੀਂ ਕੀਤਾ ਜਾਣਾ ਚਾਹੀਦਾ। ਲੇਕਿਨ ਐਸਾ ਕੁਝ ਨਹੀਂ ਹੋਇਆ। ਇਸ ਤਰ੍ਹਾਂ ਲੱਗਿਆ ਕਿ ਬਿਲਕੁਲ ਜਿਸ ਤਰ੍ਹਾਂ ਸਟੀਮ ਰੋਲ ਕੀਤਾ ਜਾਣਾ ਚਾਹੀਦਾ ਕਿ ਕਮਵਟ ਮੇ ਰਸਤੇ ਜੋ ਮਰਜ਼ੀ ਆਵੇ ਉਸ ਨੂੰ ਜਿਹੜਾ ਹੈ ਉਹਨੂੰ ਕੁਚਲ ਦਿਓ ਔਰ ਇਹ ਬਿੱਲ ਪਾਸ ਹੋਣਾ ਚਾਹੀਦਾ। ਜਿਸ ਤਰ੍ਹਾਂ ਸਰਕਾਰ ਦੇ ਪਿੱਛੇ ਕੋਈ ਸ਼ਕਤੀ ਖੜੀ ਹੁੰਦੀ ਹੈ, ਕੋਈ ਡੰਡਾ ਲੈ ਕੇ ਖੜਾ ਹੁੰਦਾ ਕਿ ਇਹ ਕੰਮ ਤੁਸੀਂ ਸ਼ਾਮ ਤੱਕ ਅੱਜ ਕਰਨਾ ਹੀ ਕਰਨਾ। ਤੋ ਅਜਿਹੀ ਸਰਕਾਰ ਨੂੰ ਕਿਸਾਨਾਂ ਦੀ, ਲੋਕਾਂ ਦੀ ਕੋਈ ਪਰਵਾਹ ਨਹੀਂ ਸੀ, ਉਹਨਾਂ ਨੇ ਕਰ ਦਿੱਤਾ। ਤੇ ਫਿਰ ਕਿੱਦਾਂ ਇਹ ਮੰਨਿਆ ਜਾਵੇ ਕਿ ਉਹ ਸਰਕਾਰ ਲੱਖ ਕਵੇ ਕਿ ਕਿਸਾਨਾਂ ਦੇ ਫਾਇਦੇ ਵਾਸਤੇ ਹੈ? ਇਸ 'ਤੇ ਯਕੀਨ ਨਹੀਂ ਕੀਤਾ ਜਾ ਸਕਦਾ। ਭੋਗ ਸਾਹਿਬ, ਹੁਣ ਆਖਰੀ ਸਵਾਲ ਮੇਰਾ ਇਹੀ ਹੈ, ਕਿਉਂਕਿ ਕਿਸਾਨ ਸਾਰੇ ਹੀ ਸੜਕਾਂ 'ਤੇ ਨੇ, ਰੋਸ ਪ੍ਰਦਰਸ਼ਨ ਕਰ ਰਹੇ ਨੇ, ਪਰ ਹਜੇ ਕਈ ਕਿਸਾਨ ਅਜਿਹੇ ਵੀ ਨੇ ਉਹ ਚਾਹੇ ਧਰਨਿਆਂ ਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ ਪਰ ਉਹਨਾਂ ਨੂੰ ਨਹੀਂ ਪਤਾ ਇਸ ਬਿੱਲ ਬਾਰੇ ਵੀ ਇਹ ਬਿੱਲ ਕੀ ਹੈ ਤੇ ਇਸ ਦਾ ਅਸਰ ਕਾਨੂੰਨ ਲਾਗੂ ਹੋਣ ਤੋਂ ਬਾਅਦ ਇਹ ਉਹਨਾਂ 'ਤੇ ਕੀ ਪਏਗਾ। ਸਰਲ ਭਾਸ਼ਾ ਦੇ ਵਿੱਚ ਕਿਸਾਨਾਂ ਨੂੰ ਦੱਸੋ ਕਿ ਇਹ ਬਿੱਲ ਕੀ ਹੈ ਤੇ ਕਿਸ ਤਰ੍ਹਾਂ ਉਹਨਾਂ 'ਤੇ ਅਸਰ ਪਾਊਗਾ ਇਹ। ਦੇਖੋ, ਪਹਿਲੀ ਗੱਲ ਤਾਂ ਇਹ ਕਿ ਕੰਟਰੈਕਟ ਫਾਰਮਿੰਗ ਹੈ। ਇਹ ਸਰਕਾਰ ਕਹਿੰਦੀ ਹੈ ਕਿ ਕੰਟਰੈਕਟ ਦਾ ਜਿਹੜਾ ਹੈਗਾ ਹੱਕ ਹੈ ਕਿਸਾਨ ਨੂੰ ਵੀ ਹੈ ਤੇ ਜਿਹੜਾ ਕਾਰਪੋਰੇਟ ਹੈ ਉਸ ਨੂੰ ਵੀ ਹੈ। ਲੇਕਿਨ ਬਿੱਲ ਦੇ ਵਿੱਚ ਜੋ ਪ੍ਰੋਵੀਜ਼ਨਸ ਹੈ ਉਹ ਇੱਕ ਪਾਸੇ ਜੋ ਸਾਡੇ ਦੇਸ਼ ਦਾ ਅਦਰਵਾਈਜ਼ ਸਿਸਟਮ ਹੈ, ਉੱਥੇ ਜਿਹੜਾ ਕਾਰਪੋਰੇਟ ਹੈ, ਜਿਹੜਾ ਪੂੰਜੀਪਤੀ ਹੈ, ਉਹ ਕਾਨੂੰਨ ਜੋ ਮਰਜ਼ੀ ਹੋਵੇ ਉਸ ਨੂੰ ਲਿਤਾੜਨ ਦੀ ਉਸ ਦੇ ਵਿੱਚ ਪਾਵਰ ਹੁੰਦੀ ਹੈ। ਹੁਣ ਇਸ ਕਾਨੂੰਨ 'ਚ ਕਿਹਾ ਗਿਆ ਕਿ ਜੇ ਕੋਈ ਪ੍ਰੋਬਲਮ ਹੋਏਗੀ ਉਸ ਕੰਟਰੈਕਟ ਦੇ ਵਿੱਚ ਤਾਂ ਜਿਹੜਾ SDM ਹੈ ਜਾਂ ਡਿਸਟ੍ਰਿਕਟ ਮੈਜਿਸਟ੍ਰੇਟ ਹੈ ਉਹ ਇਸ ਨੂੰ ਸੁਣ ਸਕਦੇ।
ਕਿਹੜਾ ਐਸਡੀਐਮ ਜਾਂ ਕਿਹੜਾ ਡਿਸਟ੍ਰਿਕਟ ਮੈਜਿਸਟ੍ਰੇਟ ਇੰਨਾ ਪਾਵਰਫੁਲ ਸਾਡੇ ਦੇਸ਼ ਦੇ ਵਿੱਚ ਹੈਗਾ ਜਿਹੜਾ ਕਿਸੇ ਅਡਾਨੀ ਵਰਗੇ ਜਾਂ ਅੰਬਾਨੀ ਵਰਗੇ ਪਾਵਰਫੁਲ ਬਿਜ਼ਨਸਮੈਨ ਜਿਹਦੇ ਪਿੱਛੇ ਪ੍ਰਾਈਮ ਮਿਨਿਸਟਰ ਜਿਹਦੇ ਨਾਲ ਖੜੇ ਹੋ ਕੇ ਜੱਫੀਆਂ ਪਾ ਕੇ ਫੋਟੋ ਖਿਚਾਉਂਦੇ ਆ ਉਹਨਾਂ ਦੀ ਮਰਜ਼ੀ ਦਾ ਵਿਰੋਧ ਕਰ ਦੂ। ਸੋ ਅਦਰਵਾਈਜ਼ ਵੀ ਜਿਹੜਾ ਹੈਗਾ ਨਾ ਵੀ ਹੋਵੇ ਤਾਂ ਵੀ ਜਿਹੜਾ ਹੈ ਸਾਡੀਆਂ ਜਿਹੜੀਆਂ ਡਿਵੈਲਪਿੰਗ ਡੈਮੋਕ੍ਰੇਸੀਜ਼ ਹੈ, ਜਿੱਥੇ ਮੈਂ ਪਹਿਲਾਂ ਕਿਹਾ ਕਿ ਸਾਡੀ ਸਿਵਲ ਸੁਸਾਇਟੀ ਸਾਡੇ ਲੋਕਾਂ ਦੇ ਵਿੱਚ ਉਨੀ ਚੇਤਨਾ ਨਹੀਂ ਹੈ, ਲੋਕ ਇੱਕਦਮ ਆਵਾਜ਼ ਨਹੀਂ ਉਠਾਉਂਦੇ। ਹੁਣ ਵੀ ਐਗਰੀਕਲਚਰ ਦੇਖੋ ਪਿਛਲੇ ਕਿੰਨੇ ਸਾਲਾਂ ਤੋਂ ਇਸ ਤਰ੍ਹਾਂ ਦੀ ਜਿਹੜੀ ਵਿਵਸਥਾ ਚੱਲ ਰਹੀ ਹੈ ਸਾਡੇ ਪੰਜਾਬ ਦੇ ਵਿੱਚ ਜਿਹੜੇ ਹੈ ਤੁਸੀਂ ਸੁਣ ਰਹੇ ਹੋ ਅਡਾਨੀਜ਼ ਦੇ ਜਿਹੜੇ ਸਾਈਲੋਜ਼ ਬਣੇ ਹੋਏ ਆ ਬਾਦਲ ਸਰਕਾਰ ਵੇਲੇ ਦੇ, ਸੁਖਬੀਰ ਸਿੰਘ ਬਾਦਲ ਦੀ ਇੱਕ ਫੋਟੋ ਆ ਰਹੀ ਹੈ ਉਹਦਾ ਉਦਘਾਟਨ ਕਰਦੇ ਹੋਏ ਜਾਂ ਜਿਹੜੇ ਦੂਸਰੀ ਜਿਹੜੀਆਂ ਇੱਥੇ ਉਹਨਾਂ ਦੇ ਖੇਤੀ ਨਾਲ ਸੰਬੰਧਿਤ ਕੁਝ ਉਹਨਾਂ ਦੇ ਚੱਲੇ ਆ, ਕਿਸਾਨ ਲੋਕ ਪਰੇਸ਼ਾਨ ਹੁੰਦੇ ਰਹੇ ਲੇਕਿਨ ਕਿਸੇ ਨੇ ਪਹਿਲ ਨਹੀਂ ਕੀਤੀ। ਇਹ ਕਿਸੇ ਡੈਮੋਕ੍ਰੈਟਿਕ ਕੰਟਰੀ 'ਚ ਇਸ ਤਰ੍ਹਾਂ ਨਹੀਂ ਹੁੰਦਾ। ਜਿਨ੍ਹਾਂ ਦੇਸ਼ਾਂ ਦੀ ਅਸੀਂ ਉਦਾਹਰਨ ਦਿੰਦੇ ਹਾਂ ਉੱਥੇ ਛੋਟੀ ਜਿਹੀ ਗੱਲ ਹੁੰਦੀ ਇੱਕਦਮ ਸਾਰਾ ਦੇਸ਼ ਜਿਹੜਾ ਹੈ ਖੜਾ ਹੋ ਜਾਂਦਾ ਔਰ ਸਰਕਾਰ ਅਗਲੇ ਪ੍ਰਾਈਮ ਮਿਨਿਸਟਰ ਜਿਹੜਾ ਹੈ ਸਰਕਾਰ ਅਗਲੇ ਘੰਟੇ 'ਚ ਜਾਂ ਡਿੱਗੀ ਹੁੰਦੀ ਜਾਂ ਮਾਫੀ ਮੰਗ ਰਹੀ। ਸਾਡੇ ਤੇ ਇੱਥੇ ਲੋਕਾਂ ਨੂੰ ਪਤਾ ਨਹੀਂ ਚੱਲਦਾ, ਅਨਪੜ੍ਹਤਾ ਹੈ। ਤੋ ਇਹ ਕੰਟਰੈਕਟ ਐਕਟ ਦੇ ਵਿੱਚ ਵੀ ਖਾਮੀਆਂ ਹੈਗੀਆਂ। ਫਿਰ ਜਿਹੜੀ ਪ੍ਰੋਕਿਉਰਮੈਂਟ ਹੈ, ਦੇਖੋ ਅੱਜ ਇਹ ਕਿਹਾ ਜਾਂਦਾ ਕਿ ਕਿਸਾਨ ਜਿਹੜਾ ਹੈ ਉਸ ਨੂੰ ਫਾਇਦਾ ਹੋਏਗਾ ਕਿ ਜਿਹੜਾ ਵਪਾਰੀ ਹੈ ਜਦੋਂ ਖੁੱਲ੍ਹੇ ਦੇ ਵਿੱਚ ਫਸਲ ਵਿਕੇਗੀ ਤਾਂ ਇੱਕ ਤਾਂ ਉਹਨੂੰ ਮੰਡੀ ਦਾ ਟੈਕਸ ਨਹੀਂ ਦੇਣਾ ਪਏਗਾ, ਦੂਸਰਾ ਇਹ ਹੈ ਕਿ ਉਹਨੂੰ ਜਿਹੜਾ ਹੈ ਵਧੀਆ ਉਹਦੀ ਜਿਹੜਾ ਫਸਲ ਦਾ ਮੁੱਲ ਮਿਲ ਸਕਦਾ ਹੈ। ਲੇਕਿਨ ਜਦੋਂ ਇੱਕ ਵਾਰੀ ਮੰਡੀਆਂ ਖਤਮ ਹੋ ਗਈਆਂ, ਜਦੋਂ ਮੋਨੋਪਲੀ ਹੋ ਗਈ ਵਪਾਰੀ ਦੀ, ਫਿਰ ਉਹ ਕਿਸਾਨ ਨੂੰ ਆਪਣੇ ਹਿਸਾਬ ਨਾਲ ਸਾਡੇ ਤਾਂ ਐਗਜ਼ਾਮਪਲ ਆਲਰੇਡੀ ਹੈਗੀ। ਬਿਹਾਰ ਸਟੇਟ ਦੀ ਐਗਜ਼ਾਮਪਲ ਹੈ, ਮੰਡੀ ਉੱਥੇ ਖਤਮ ਕੀਤੀ ਗਈ ਸੀਗੀ 2006 'ਚ ਮੰਡੀਆਂ ਖਤਮ ਕੀਤੀਆਂ ਗਈਆਂ ਔਰ ਤੁਸੀਂ ਬਿਹਾਰ ਜਾ ਕੇ ਦੇਖ ਲਓ ਉੱਥੋਂ ਦਾ ਕਿਸਾਨ ਜਿਹੜਾ ਰੁਲਦਾ ਪਿਆ, ਉੱਥੋਂ ਦਾ ਜਿਹੜਾ ਵਪਾਰੀ ਹੈ ਉਹ ਕਿਸਾਨ ਨੂੰ ਆਪਣੀ ਮਰਜ਼ੀ ਦੀ ਜਿਹੜੀ ਰੇਟ ਦਿੰਦਾ, ਕਿਉਂਕਿ ਜਿਹੜਾ ਕਿਸਾਨ ਹੈ ਛੋਟਾ ਕਿਸਾਨ ਹੈ ਉਹ ਆਪਣੀ ਫਸਲ ਕਿੱਥੋਂ ਲੈ ਜਾਊਗਾ, ਕਿੰਨੀ ਦੂਰ ਤੱਕ ਟਰੱਕਾਂ 'ਚ ਲੈ ਜਾਊਗਾ। ਵਪਾਰੀ ਕੋਲ ਤਾਂ ਕਰੋੜਾਂ ਦੇ ਹਿਸਾਬ ਨਾਲ ਪੈਸੇ ਹੈ, ਉਹ ਜਿਹੜਾ ਹੈ ਥੋੜ੍ਹੀ ਦੇਰ ਲਈ ਘਾਟਾ ਖਾ ਕੇ ਮੰਡੀਕਰਨ ਸਿਸਟਮ ਨੂੰ ਫੇਲ ਕਰਕੇ ਬਾਅਦ ਦੇ ਵਿੱਚ ਉਹ ਜਿਸ ਤਰ੍ਹਾਂ ਮਰਜ਼ੀ ਕਰਵਾ ਸਕਦਾ। ਅੱਜ ਮੈਂ ਪੜ੍ਹ ਰਿਹਾ ਸੀ ਨਿਊਜ਼ਪੇਪਰ ਦੇ ਵਿੱਚ ਕਿ ਸਾਡੇ ਜੋ ਮੱਕੀ ਹੈ, ਕੈਪਟਨ ਅਮਰਿੰਦਰ ਸਿੰਘ ਦੀ ਸਟੇਟਮੈਂਟ ਹੈ ਕਿ ਮੱਕੀ ਦੀ ਜਿਹੜੀ MSP ਹੈ ਉਹ ਸ਼ਾਇਦ 1800 ਕੁਛ ਹੈ ਤੇ ਹੁਸ਼ਿਆਰਪੁਰ ਮੰਡੀ 'ਚ 600 ਰੁਪਏ ਕੁਇੰਟਲ ਮੱਕੀ ਵਿਕ ਰਹੀ ਹੈ, ਜਦੋਂ ਕਿ ਹਜੇ MSP ਦੀ ਪੂਰੀ ਤਰ੍ਹਾਂ। ਤਾਂ ਜੇ ਹੁਣ ਇਹ ਹਾਲ ਹੈ ਤੇ ਬਾਅਦ ਦੇ ਵਿੱਚ ਕੀ ਹੋਊਗਾ, ਇਸ ਬਾਰੇ ਤਾਂ ਸਾਨੂੰ ਚਿੰਤਾ ਕਰਨ ਦੀ ਲੋੜ ਹੈ, ਕਿਸਾਨਾਂ ਨੂੰ ਸੋਚਣ ਦੀ ਲੋੜ ਹੈ। ਤੋ ਇਸ ਕਰਕੇ ਕਿਸਾਨਾਂ ਦਾ ਜਿਹੜਾ ਖਦਸ਼ਾ ਹੈ ਉਹ ਬੜਾ ਵਾਜਬ ਹੈ, ਪਰ ਕਿਸਾਨਾਂ ਨੂੰ ਇਸ ਪ੍ਰਤੀ ਜਾਗਰੂਕ ਹੋਣਾ ਪਏਗਾ। ਇਹ ਸਾਡੀ ਜ਼ਿੰਮੇਵਾਰੀ ਹੈ, ਮੀਡੀਆ ਦੀ, ਤੁਹਾਡੀ ਜ਼ਿੰਮੇਵਾਰੀ ਹੈ, ਜਿਹੜੇ ਹੋਰ ਖੇਤੀ ਮਾਹਰ ਨੇ ਉਹਨਾਂ ਨੂੰ ਸਹੀ ਪਿਕਚਰ ਜਿਹੜੀ ਹੈ ਕਿਸਾਨਾਂ ਦੇ ਇਸ ਮਸਲੇ ਦੀ ਅੱਗੇ ਲਿਆਉਣੀ ਚਾਹੀਦੀ ਹੈ। ਔਰ ਇਸ ਮਾਮਲੇ 'ਚ ਅਸੀਂ ਜਿਹੜਾ ਹੈ ਉਹ ਸਾਡੇ ਜਿਹੜੀ ਪੋਲੀਟੀਕਲ ਪਾਰਟੀਜ਼ ਉਹਨਾਂ ਤੋਂ ਬਹੁਤੀ ਉਮੀਦ ਨਹੀਂ ਰੱਖ ਸਕਦੇ, ਕਿਉਂਕਿ ਉਹਨਾਂ ਨੇ ਤਾਂ ਆਪਣੇ ਹਿਸਾਬ ਨਾਲ ਬੋਲਣਾ ਜੋ ਉਹਨਾਂ ਨੂੰ ਪੋਲੀਟੀਕਲੀ ਸੂਟ ਕਰਦਾ। ਇਹ ਮਾਹਿਰਾਂ ਦਾ ਵਿਸ਼ਾ, ਮੀਡੀਆ ਦਾ ਵਿਸ਼ਾ ਹੈ ਕਿ ਕਿਸਾਨਾਂ ਨੂੰ ਸਹੀ ਤਰੀਕੇ ਨਾਲ ਜਿਹੜਾ ਹੈ ਸਰਲ ਭਾਸ਼ਾ ਦੇ ਸਮਝਾਇਆ ਜਾਵੇ ਕਿ ਇਸ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਸਿੱਟੇ ਨਿਕਲਣਗੇ, ਫਿਰ ਹੀ ਉਹਨਾਂ ਨੂੰ ਜਿਹੜੀ ਹੈ ਵੀ ਸਮਝ ਆਏ। ਬਹੁਤ ਬਹੁਤ ਧੰਨਵਾਦ ਜੀ। ਤਾਂ ਇਹ ਸਨ ਸਾਡੇ ਨਾਲ ਪ੍ਰੋਫੈਸਰ ਪਰਮਿੰਦਰ ਸਿੰਘ ਭੋਗਲ ਜੀ, ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਹੈ ਕਿ ਇਹ ਜੋ ਖੇਤੀਬਾੜੀ ਕਾਨੂੰਨ ਨੇ ਇਹਨਾਂ ਨੂੰ ਕਿਸ ਤਰ੍ਹਾਂ ਬੇਅਸਰ ਕੀਤਾ ਜਾ ਸਕਦਾ ਹੈ ਜਾਂ ਕਿਸ ਤਰ੍ਹਾਂ ਹੁਣ ਕੀ ਸਾਡੇ ਕੋਲ ਚਾਰੇ ਨੇ ਕਿ ਇਸ ਬਿੱਲ ਦਾ ਵਿਰੋਧ ਕੀਤਾ ਜਾਵੇ ਜਾਂ ਇਸ ਨੂੰ ਰੱਦ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾਣ। ਤਾਂ ਵਧੇਰੇ ਅਪਡੇਟਸ ਸੀ ਸਾਡੇ ਨਾਲ ਜੁੜੇ ਰਹੋ। ਲੁਧਿਆਣਾ ਤੋਂ ਸਨਮਜੀਤ ਸਿੰਘ, ਕੈਮਰਾਮੈਨ ਸਤਵੰਤ ਠਾੜੂ ਦੇ ਨਾਲ, ਲੁਧਿਆਣਾ ਟਾਈਮਸ। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਸ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ।